ਇਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਹਿੰਦੇ ਆ ਕਿ ਇਹਨੇ PhD ਕੀਤੀ ਹੈ। ਇਹ PhD ਜਿਹੜੀ ਆ ਇਹਨੇ ਜਿਹੜਾ ਅਕਾਲੀ ਕੱਟ ਕੇ ਕਾਲੀ ਦਲ ਦੀ ਇਹਨੇ ਜਿਹੜੀ ਆ ਉਹ PhD ਕੀਤੀ ਆ। ਉਹ ਇਸ ਤਰ੍ਹਾਂ ਦੀ ਸਪੀਚ ਸੀ। ਇਹਨੂੰ ਆਮ ਤੌਰ ਤੇ ਗਿਆਨੀ ਕਹਿਣਾ ਤੇ ਬੜਾ ਕੋ ਗੁਨਾਹ ਹੋਏਗਾ। ਇਹਨੂੰ ਆਮ ਤੌਰ ਤੇ ਪੱਪੂ ਕਹਿ ਦਿੰਦੇ ਨੇ। ਤੇ ਤੁਸੀਂ ਕਿਵੇਂ ਕਹਿ ਸਕਦੇ ਵੀ RSS ਦਾ ਬੁਲਾਰਾ ਬਣ ਕੇ ਦਿੱਤੀ ਹੈ ਜੀ, ਜਦੋਂ ਕਿ ਉਹ ਤਾਂ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਕਹਿੰਦੇ ਆ ਵੀ ਇਹ ਤਾਂ ਇੱਕ ਲੋਕਤੰਤਰੀ ਪ੍ਰਧਾਨ ਮੰਤਰੀ ਥੋੜੀ ਹੈ, EVM ਪ੍ਰਧਾਨ ਮੰਤਰੀ ਹੈ। ਜੇ ਉਹਨਾਂ ਦੇ ਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਪਰਚੇ ਨਹੀਂ, ਜਿਹੜੇ ਮੁਲਾਜ਼ਮ ਨੇ ਜਿਹਨੇ ਗਲਤੀਆਂ ਕੀਤੀਆਂ ਨੇ, ਤੇ ਫਿਰ ਤੁਸੀਂ ਆਮ ਲੋਕਾਂ ਦੇ ਪਰਚੇ ਕਿਵੇਂ ਕਰਾਉਂਦੇ ਹੋ? ਸੋ ਇਹ ਲੋਕ, ਇਹਨਾਂ ਨੂੰ ਕੋਈ ਹੱਕ ਨਹੀਂ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ ਵਰ੍ਹੇਗੰਢ ਮਨਾਉਣ। ਚਾਰੋਂ ਸਾਹਿਬਜ਼ਾਦਿਆਂ ਦੀਆਂ ਟਾਈਟਲ ਪੇਜ ਦੇ ਉੱਤੇ ਦਸੰਬਰ 2013 ਤੇ 13 ਵਾਲਾ ਜਿਹੜਾ ਮੈਗਜ਼ੀਨ ਹੈ, ਉਹ ਟਾਈਟਲ ਪੇਜ ਤੇ ਫੋਟੋਆਂ ਵੇਖੋ। ਚਾਰੋਂ ਸਾਹਿਬਜ਼ਾਦਿਆਂ ਦੀ ਕੇਸਾਂ ਦੀ ਕਟਿੰਗ, ਸਿਰਾਂ ਤੇ ਟੋਪੀਆਂ। ਇਹ ਹੈ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਤੀਆਂ। ਏਡੀ ਵੱਡੀ ਜਿਹਨੇ ਇਹ ਮਤਲਬ ਗਲਤੀ ਕੀਤੀ ਹੋਵੇ ਤੇ ਏਡਾ ਵੱਡਾ ਉਹਨੇ ਸਿੱਖ ਇਤਿਹਾਸ ਤੇ ਜੇ ਅੱਜ ਅਸੀਂ ਸਾਡੇ ਬੱਚਿਆਂ ਨੂੰ ਕਹਿੰਦੇ ਆ ਵੀ ਸਾਡੇ ਜਿਹੜੇ ਬੱਚੇ ਨੇ ਇਹ ਜੀ ਕੇਸ ਕਟਾਉਂਦੇ ਨੇ, ਤੇ ਬੱਚਿਆਂ ਨੂੰ ਜਦੋਂ ਕਹਾਂਗੇ ਵੀ ਬੱਚਿਓ ਕੇਸ ਨਾ ਕਟਾਓ, ਉਹ ਸਾਨੂੰ, ਮੈਂ ਉੱਥੇ ਗੱਲ ਕੀਤੀ ਵੀ ਆਹ ਮੈਗਜ਼ੀਨ ਵਿਖਾ ਕੇ ਸਾਡੇ ਮੂੰਹ ਤੇ ਮਾਰਨਗੇ ਸਾਡੇ ਬੱਚੇ ਥੱਪੜ। ਸੋ ਖਾਲਸਾ ਜੀ ਕਿੰਨੀਆਂ ਕੁ ਪ੍ਰਾਪਤੀਆਂ ਨੇ ਮੇਰੇ ਦੱਸਣ ਤੋਂ ਬਾਹਰੀਆਂ ਨੇ। ਜੇ ਕਿਤੇ ਤੁਸੀਂ ਮੇਰੇ ਕੋਲ ਉੱਥੇ ਆਓ ਤੇ ਮੇਰੇ ਕੋਲ ਫਾਈਲਾਂ ਨੇ, ਕਿਤਾਬਾਂ ਨੇ, ਉਹ ਤੁਸੀਂ ਵੇਖ ਲਓਗੇ ਕਿ ਜਿੰਨੀਆਂ ਕੁ ਫਾਈਲਾਂ ਸ਼੍ਰੋਮਣੀ ਕਮੇਟੀ ਦੀਆਂ ਜਾਂ ਰਾਧਾ ਸੁਆਮੀਆਂ ਦੇ ਨੇ, ਉਹ ਮੇਰੇ ਕਈ ਵਾਰ ਮਿੱਤਰ ਬੱਚੇ ਜਿਹੜੇ ਨੇ ਉਹ ਕਹਿਣਗੇ ਅੰਕਲ ਜੀ ਤੁਹਾਨੂੰ ਨਾ ਲੱਕੜਾਂ ਦੀ ਲੋੜ ਨਹੀਂ ਪੈਣੀ। ਕਿਉਂ? ਵੀ ਆਹ ਜਿਹੜੀਆਂ ਫਾਈਲਾਂ ਨੇ ਨਾ ਇਹੋ ਹੀ ਵਾਧੂ ਨੇ। ਦਿੱਤੀ ਆ ਗੁਰਬਚਨ ਸਿੰਘ ਜੀ ਨੂੰ ਸਵਾਲਾਂ ਦੇ ਘੇਰੇ 'ਚ ਰੱਖ ਕੇ ਹੀ ਵੇਖਿਆ ਜਾਂਦਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਨਾਲੋਂ ਵੀ ਥੱਲੇ ਦੀ ਨੀਚੇ ਮੰਨਦੇ ਹੋ ਜਾਂ ਉਹਨਾਂ ਤੋਂ ਕੁਝ? ਕਿਉਂਕਿ ਕਰਤਾਰਪੁਰ ਸਾਹਿਬ ਜਾ ਕੇ ਵਧੀਆ ਸਪੀਚ ਲੋਕਾਂ ਨੇ ਮਿਲ ਕੇ, ਸੰਗਤਾਂ ਨੇ ਬਹੁਤ ਵਧੀਆ ਕਿਹਾ ਸੀ ਵੀ ਯਾਰ ਬਹੁਤ ਵਧੀਆ ਸਪੀਚ ਦਿੱਤੀ ਆ ਸਾਡੇ ਜਥੇਦਾਰ ਸਾਹਿਬ ਨੇ, ਤੇ ਕੱਲ੍ਹ ਦੀ ਸਪੀਚ ਦੇ ਨਾਲ ਆਲੋਚਨਾ ਹੋ ਰਹੀਆਂ। ਗੁਰਬਚਨ ਸਿੰਘ ਨੂੰ ਜਥੇਦਾਰੀ ਤੋਂ ਉਦੋਂ ਲਾਇਆ ਜਾਊਗਾ ਜਦੋਂ ਗੁਰਬਚਨ ਸਿੰਘ ਤੋਂ ਵੱਧ ਘਟੀਆ, ਨੀਚ ਤੇ ਗਿਰੀ ਹੋਈ ਜ਼ਮੀਰ ਦਾ ਬੰਦਾ ਜਦੋਂ ਬਾਦਲਾਂ ਨੂੰ ਮਿਲੂਗਾ, ਉਦੋਂ ਗੁਰਬਚਨ ਸਿੰਘ ਨੂੰ ਜਥੇਦਾਰੀ ਤੋਂ ਲਾਇਆ ਜਾਊਗਾ। ਤੋਂ ਬਾਅਦ ਵੀ ਕੋਈ ਆਊਗਾ ਫਿਰ ਇਹ ਤੋਂ ਵੀ ਥੱਲੇ ਦਾ ਹੋਊਗਾ ਕੋਈ? ਉਹ ਵੇਖੋ ਫਿਰ ਤਾਂ ਸੁਖਬੀਰ ਹੀ ਹੈ ਨਾ। ਕੁਝ ਤੁਸੀਂ ਬੋਲ ਗਏ ਉਹਨਾਂ ਦੇ ਖਿਲਾਫ, ਮੈਨੂੰ ਲੱਗਦਾ ਫਿਰ ਹੁਣ ਤੁਹਾਨੂੰ ਪੰਥ ਚੋਂ ਤਾਂ ਛੇਕ ਦੇਣਗੇ। ਉਹ ਮੈਂ ਤਾਂ ਬੜੀ ਵਾਰ ਕਿਹਾ ਉਹਨਾਂ ਨੂੰ ਭਈ ਆ ਸੱਦੋ, ਮੈਨੂੰ ਸੱਦੋ ਅਕਾਲ ਤਖਤ ਤੇ ਮੈਂ ਆਊਂਗਾ। ਹਰਪ੍ਰੀਤ ਸੱਦ ਲੈ, ਮੇਰਾ ਚੈਲੰਜ ਹਰਪ੍ਰੀਤ ਨੂੰ, ਉਹ ਸੱਦੇ ਮੈਨੂੰ। ਪੰਥ ਚੋਂ ਛੇਕ ਤੇ ਕਿਹੜੇ ਪੰਥ ਦੀ ਗੱਲ ਕਰਦੇ ਹੋ? ਉਹਨਾਂ ਦੇ ਬਾਦਲਾਂ ਦੀ। ਉਹਨਾਂ ਨੇ ਕਿਹਾ ਗੱਲ, ਕਹਿੰਦੇ ਪੰਥ ਨੂੰ ਖਤਰਾ ਬਹੁਤ। ਉਹ ਪੰਥ ਬਾਦਲ ਹੈ, ਪੰਥ ਲੌਂਗੋਵਾਲ ਹੈ, ਪੰਥ ਰੂਪ ਸਿੰਘ ਸਕੱਤਰ ਵਰਗੇ ਜਿਹੜੇ ਰਹਿ ਗਏ ਉਹ, ਜਾਂ ਜਿਹੜੇ ਇੱਥੋਂ ਦੁਨੀਆ ਤੋਂ ਚਲੇ ਗਏ ਉਹ। ਮੈਂ ਚੈਲੰਜ ਕਰਦਾ ਲੌਂਗੋਵਾਲ ਨੂੰ, ਚੈਲੰਜ ਕਰਦਾ ਇਹਨੂੰ ਹਰਪ੍ਰੀਤ ਨੂੰ, ਜਿੰਨੇ ਵੀ ਇਹਨਾਂ ਦੇ ਵੱਡੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਚੈਲੰਜ ਕਰਦਾ, ਇਹਨਾਂ ਦੇ ਸਿਪਾਹ ਸਲਾਰਾਂ ਨੂੰ, ਜਿਹਦੀ ਮਰਜ਼ੀ ਹੈ ਉਹ ਮੇਰੇ ਨਾਲ ਸਟੇਜ 'ਤੇ ਆ ਜਾ, ਕਿਸੇ ਵੀ ਚੈਨਲ 'ਤੇ ਆ ਜਾ। ਸਵਾਲ ਮੈਂ ਕਰਾਂਗਾ। ਮੈਂ ਉਹਨਾਂ ਨੂੰ, ਇਹ ਕਹਿੰਦੇ ਜੀ ਸਾਨੂੰ ਮਹੰਤ ਨਰੈਣੂ ਆਖਿਆ, ਇਹ ਕਹਿੰਦੇ ਜੀ ਸਾਨੂੰ ਫਲਾਣਾ ਆਖਿਆ, ਉਹ ਤੁਹਾਨੂੰ ਤੇ ਉਹਨਾਂ ਨੇ ਕਿਹਾ ਹੈ, ਮੈਂ ਸਿੱਧ ਕਰਦਾ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਆਪਣਾ 100 ਸਾਲਾ ਮਨਾ ਕੇ ਹਟੀ ਹੈ, ਜਿਸ ਦੇ ਵਿੱਚ ਵੱਖ-ਵੱਖ ਲੈਕਚਰ ਹੋਏ, ਭਾਸ਼ਣ ਹੋਏ, ਤੇ ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਲੈਕਚਰ ਰਹਿੰਦਾ ਹੈ, ਜੋ ਉਹਨਾਂ ਦੀ ਸਪੀਚ ਰਹਿੰਦੀ ਹੈ, ਉਹ ਬਹੁਤ ਖਿੱਚ ਦਾ ਕੇਂਦਰ ਰਹਿੰਦੀ ਹੈ। ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਭਾਸ਼ਣ ਅਜਿਹਾ ਦਿੱਤਾ ਕਿ ਸਿੱਖਾਂ ਦੇ ਵਿੱਚ ਉਸ ਦੀ ਆਲੋਚਨਾ ਹੋਣ ਲੱਗੀ। ਬਹੁਤ ਸਾਰੇ ਉਸ ਨੂੰ ਇਸ ਤਰ੍ਹਾਂ ਵੀ ਵੇਖ ਰਹੇ ਨੇ ਵੀ ਜੋ ਹਰਪ੍ਰੀਤ ਸਿੰਘ ਨੇ ਭਾਸ਼ਣ ਦਿੱਤਾ ਹੈ ਉਹ ਇੱਕ ਧਿਰ ਵਜੋਂ, ਇੱਕ ਪਾਰਟੀ ਦੀ ਹਮਾਇਤ ਦੇ ਲਈ ਦਿੱਤਾ ਗਿਆ ਹੈ ਉਹਨਾਂ ਦਾ ਇਹ ਲੈਕਚਰ। ਪਰ ਜੋ ਹੋਰ ਕਈ ਲੋਕ ਨੇ, ਜੋ ਸ਼੍ਰੋਮਣੀ ਕਮੇਟੀ ਦੇ ਆਗੂ ਨੇ, ਅਹੁਦੇਦਾਰ ਨੇ, ਉਹ ਉਸ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਬਾਰਕਾਂ ਵੀ ਦੇ ਰਹੇ ਨੇ। ਇਸ ਵੇਲੇ ਸਾਡੇ ਨਾਲ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ
ਉਹ ਕਿਸ ਤਰ੍ਹਾਂ ਲੈਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਨੂੰ ਕਹਿ ਲਈਏ, ਭਾਸ਼ਣ ਨੂੰ ਕਹਿ ਲਈਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼੍ਰੋਮਣੀ ਕਮੇਟੀ ਦਾ 100 ਸਾਲਾ ਮਨਾ ਕੇ ਹਟੇ ਹਾਂ ਜੀ। ਤੁਸੀਂ ਵੀ ਭਾਸ਼ਣ ਸੁਣੇ, ਬਹੁਤ ਬਿਆਨਬਾਜ਼ੀਆਂ ਜਿਹੜੀਆਂ ਉਸ ਤੋਂ ਬਾਅਦ ਹੋਣ ਲੱਗੀਆਂ। ਤੇ ਪਹਿਲਾਂ ਤਾਂ ਇਹ ਦੱਸੋ, ਜਿਹੜੀ ਉਹਨਾਂ ਦੀ ਸਪੀਚ ਸੀ, ਤੁਸੀਂ ਉਸ ਨੂੰ ਕਿਵੇਂ ਵੇਖਿਆ? ਜਿਹੜੀ ਉਹਦੀ ਸਪੀਚ ਸੀ ਨਾ, ਇਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ। ਕਹਿੰਦੇ ਆ ਕਿ ਇਹਨੇ PhD ਕੀਤੀ ਆ। ਇਹ PhD ਜਿਹੜੀ ਆ, ਇਹਨੇ ਜਿਹੜਾ ਅਕਾਲੀ ਕੱਟ ਕੇ ਕਾਲੀ ਦਲ ਦੀ ਇਹਨੇ ਜਿਹੜੀ ਆ ਉਹ PhD ਕੀਤੀ ਆ। ਜਿਹੜੀ ਅੱਜ ਦੀ ਇਹਦੀ ਸਪੀਚ ਹੈ ਉਹ ਇਸ ਤਰ੍ਹਾਂ ਦੀ ਸਪੀਚ ਸੀ। ਇਹਨੂੰ ਆਮ ਤੌਰ ਤੇ ਗਿਆਨੀ ਕਹਿਣਾ ਤੇ ਬੜਾ ਗੁਨਾਹ ਹੋਏਗਾ। ਇਹਨੂੰ ਆਮ ਤੌਰ ਤੇ ਪੱਪੂ ਕਹਿ ਦਿੰਦੇ ਨੇ, ਕੋਈ ਹੋਰ ਵੀ ਕੁਝ ਕਹਿ ਦਿੰਦੇ ਨੇ। ਤੇ ਇਹਨੇ ਤੇ ਅੱਜ ਉਹ ਕੰਮ ਜਿਹੜਾ ਸੀ, ਇਹ ਸਾਰੇ ਹੱਦਾਂ ਬਨੇ ਲੰਘ ਕੇ ਅਕਾਲ ਤਖਤ ਦੇ ਜਥੇਦਾਰੀ ਦੇ ਤੇ ਜਿਹੜਾ ਤਖਤ ਦੇ ਉੱਤੇ ਬੈਠਾ ਸੇਵਾ ਨਿਭਾ ਰਿਹਾ ਹੈ। ਇਹਨੇ ਬੇਸ਼ੱਕ ਇਹ ਐਕਟਰ ਜਥੇਦਾਰ ਹੈ, ਲੇਕਿਨ ਇਹ ਸੇਵਾ ਤਾਂ ਅਕਾਲ ਤਖਤ ਦੇ ਜਥੇਦਾਰੀ ਦੀ ਨਿਭਾ ਰਿਹਾ। ਪਰ ਜਿਹੜੀ ਇਹਨੇ ਅੱਜ ਸਪੀਚ ਦਿੱਤੀ ਆ, ਇਹਨੇ ਇੱਕ ਬਾਦਲ ਐਂਡ ਕੰਪਨੀ ਜਿਹੜਾ ਕਿ RSS ਦਾ ਇੱਕ ਵਿਗ ਬਣ ਚੁੱਕਾ ਹੈ, ਉਹਦਾ ਇਹਨੇ ਜਿਹੜਾ ਸੀ ਇੱਕ ਬੁਲਾਰਾ ਬਣ ਕੇ ਜਿਹੜੀ ਆ ਉਹ ਸਪੀਚ ਦਿੱਤੀ ਆ, ਨਾ ਕਿ ਬਤੌਰੇ ਜਥੇਦਾਰ। RSS ਦੇ ਤਾਂ ਖਿਲਾਫ ਵੀ ਲਗਾਤਾਰ ਉਹਨਾਂ ਦੀਆਂ ਸਪੀਚਾਂ ਆਪਾਂ ਵੇਖੀਆਂ ਪਿੱਛੇ ਜੀ। ਤੇ ਤੁਸੀਂ ਕਿਵੇਂ ਕਹਿ ਸਕਦੇ ਵੀ RSS ਦਾ ਬੁਲਾਰਾ ਬਣ ਕੇ ਦਿੱਤੀ ਹੈ ਜੀ, ਜਦੋਂ ਕਿ ਉਹ ਤਾਂ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਕਹਿੰਦੇ ਆ ਵੀ ਇਹ ਤਾਂ ਇੱਕ ਲੋਕਤੰਤਰੀ ਪ੍ਰਧਾਨ ਮੰਤਰੀ ਥੋੜੀ ਹੈ, EVM ਪ੍ਰਧਾਨ ਮੰਤਰੀ ਹੈ। ਇਹ ਕਿਉਂ ਕਿਹਾ? ਕਿਉਂਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ 9 ਮਾਸ ਦਾ ਰਿਸ਼ਤਾ ਸੀ ਨਾ, ਉਹ 'ਚ ਤਰੇੜਾਂ ਪੈ ਗਈਆਂ। ਉਹ ਤਰੇੜਾਂ ਪੈਣ ਕਰਕੇ ਤੇ ਬਾਦਲ ਨੂੰ ਜਿਹੜਾ ਸੀ ਇਹ ਪ੍ਰਮੋਟ ਕਰਨ ਵਾਸਤੇ ਲੋਕਾਂ 'ਚ ਵੀ ਇਹ ਬਾਦਲ ਜਿਹੜਾ ਹੈ ਇਹ ਮੋਦੀ ਦੇ ਨਾਲ ਨਹੀਂ, ਅੱਜ ਕੱਲ੍ਹ ਇਹ BJP ਦੇ ਨਾਲ ਨਹੀਂ, ਇਹ RSS ਦੇ ਨਾਲ ਨਹੀਂ, ਤੇ ਇਸ ਕਰਕੇ ਜਿਹੜਾ ਸੀ ਇਹ ਉਹਨੂੰ ਪ੍ਰਮੋਟ ਕਰ ਰਿਹਾ। ਤਾਂ ਇਹ ਗੱਲ ਜਿਹੜੀ ਆ EV ਮਸ਼ੀਨ ਦੀ ਤਾਂ ਇਹਨੇ ਗੱਲ ਕੀਤੀ ਆ, ਪਹਿਲਾਂ ਕਿਉਂ ਨਹੀਂ ਕੀਤੀ? ਸੋ ਇਹਨੇ ਇੱਕ ਗੱਲ ਇਹ ਤੋਂ ਪੁੱਛੋ, ਮੈਂ ਤੁਹਾਡੇ ਰਾਹੀਂ ਇਹਨੂੰ ਇੱਕ ਗੱਲ ਪੁੱਛਣੀ ਚਾਹੁੰਦਾ। ਇਹਨੇ ਅੱਜ ਇੱਕ ਗੱਲ ਬੜੀ ਵੱਡੀ ਗੱਲ ਕੀਤੀ। ਇਹ ਕਹਿਣ ਲੱਗਾ ਕਿ ਆਹ ਜਿਹੜੇ ਗੁਰਬਾਣੀ ਦੇ ਗੁਟਕੇ ਨੇ, ਉੱਥੇ ਬੈਠੇ ਸਨ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਭਾਈ ਬਲਵੀਰ ਸਿੰਘ ਬੈਠੇ ਸੀ, ਉਹਨਾਂ ਵੱਲ ਨਾਂ ਲੈ ਕੇ, ਨਾਨਕਸਰੀਆਂ ਦਾ ਨਾਂ ਲੈ ਕੇ, ਹੋਰਨਾਂ ਦੇ ਨਾਂ ਲੈ ਕੇ, ਭਾਈ ਈਸ਼ਰ ਸਿੰਘ ਜਵਾਹਰ ਸਿੰਘ ਦਾ ਨਾਂ ਲੈ ਕੇ, ਇਹਨੇ ਜਿਹੜੇ ਗੁਟਕੇ ਸੀ ਉਹਨਾਂ ਦੀ ਗੱਲ ਕੀਤੀ ਕਿ ਗੁਰਬਾਣੀ ਦੇ ਜਿਹੜੇ ਗੁਟਕੇ ਨੇ ਇਹ ਇਹਨਾਂ ਨੇ ਪਬਲਿਸ਼ ਕੀਤੇ ਨੇ, ਛਪਾਏ ਨੇ, ਲੋਕਾਂ ਦੇ ਇਹ ਲੋਕਾਂ ਦੇ ਤਿਉਹਾਰ ਕਰਨਗੇ। ਹੁਣ ਮੈਂ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਹੈ ਵੀ ਜਿਹੜੇ ਨਾਮਧਾਰੀਆਂ ਨੇ ਗੁਰਬਾਣੀ ਦੇ ਗੁਟਕੇ ਪਬਲਿਸ਼ ਕੀਤੇ, ਉਹਨਾਂ ਗੁਟਕਿਆਂ ਦੇ ਗੁਰਬਾਣੀ ਦੇ ਗੁਟਕਿਆਂ ਤੇ 100 ਪੰਨਿਆਂ ਦੀ ਸੀ ਭੂਮਿਕਾ। ਉਸ ਭੂਮਿਕਾ 'ਚ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਅਰਥ ਆਪਣੇ ਹਿਸਾਬ ਨਾਲ ਕਰਕੇ ਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਤੇ ਫਿਰ ਉਹ ਕਹਿੰਦੇ ਨੇ ਕਿ ਇਹ ਗੁਰਬਾਣੀ ਕਹਿੰਦੀ ਆ ਕਿ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ। ਉਹਦੇ ਸੰਬੰਧ ਵਿੱਚ ਮੈਂ ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਕਿ ਇਹ ਸਰਸੇ ਸਾਧ ਗੁਰਮੀਤ ਰਾਮ ਰਹੀਮ ਦਾ ਜਿਹੜਾ ਚੇਲਾ ਹੈ, ਜਿਹਨੂੰ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਹੈ, ਇਹ ਜਿਹੜਾ ਬੰਦਾ ਇਹਨੂੰ ਮੈਂ ਮੰਗ ਪੱਤਰ ਦਿੱਤਾ। ਕਿਉਂਕਿ ਅਸੀਂ ਕੋਈ ਵੀ ਮੰਗ ਪੱਤਰ, ਤੁਸੀਂ ਇਹ ਸਵਾਲ ਕਰ ਸਕਦੇ ਹੋ ਵੀ ਜੇ ਉਹਦਾ ਚੇਲਾ ਤੇ ਤੁਸੀਂ ਮੰਗ ਪੱਤਰ ਕਿਉਂ ਦਿੱਤਾ, ਤੇ ਇਹ ਸਵਾਲ ਜਿਹੜਾ ਤੁਸੀਂ ਮੇਰੇ ਤੇ ਬਾਤ ਕਰ ਰਹੇ, ਮੈਂ ਪਹਿਲਾਂ ਨਾਲ ਹੀ ਤੁਹਾਨੂੰ ਇਹਦਾ ਜਵਾਬ ਵੀ ਦੇ ਦਿਆਂ। ਉਹ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਜਦੋਂ ਉੱਥੇ ਬੈਠੇ ਨੇ ਤੇ ਜੇ ਕੋਈ ਮਸਲਾ ਉਹਨਾਂ ਦੇ ਨਾਲ ਸੰਬੰਧਿਤ ਹੈ ਤਾਂ ਸਾਨੂੰ ਉਹਨਾਂ ਕੋਲ ਜਾਣਾ ਪਏਗਾ। ਭਾਵੇਂ ਹੁਣ ਮੋਦੀ ਸਰਕਾਰ ਦੇ ਖਿਲਾਫ ਅਸੀਂ ਲੜਾਈ ਲੜ ਰਹੇ, ਪਰ ਜਿਹੜੀ ਸਰਕਾਰ ਦੇ ਨਾਲ ਸੰਬੰਧਿਤ ਗੱਲ ਹੈ ਤੇ ਉਹਨਾਂ ਤੱਕ ਹੀ ਜਾਏਗੀ ਨਾ। ਅੱਜ ਵੀ ਅਸੀਂ ਜੇ ਹੁਣ ਗੱਲਬਾਤ ਚੱਲਦੀ ਤਾਂ ਉਹਨਾਂ ਜਾਏਗੀ। ਸੋ ਮੈਂ ਇਹ ਲੌਂਗੋਵਾਲ ਨੂੰ ਮੰਗ ਪੱਤਰ ਦਿੱਤਾ। ਲੌਂਗੋਵਾਲ ਨੂੰ ਤੁਸੀਂ ਸਰਸੇਵਾਲ ਦਾ ਚੇਲਾ ਕਿਹਾ, ਇਹ ਦਾਵਾ ਕਿਵੇਂ? ਇਹ ਉਹਦੇ ਇਲੈਕਸ਼ਨਾਂ 'ਚ ਗਿਆ ਨਹੀਂ ਸੀ, ਉਹਦੇ ਪੈਰਾਂ 'ਚ ਨਹੀਂ ਬੈਠਾ, ਇਹ ਵੋਟਾਂ ਮੰਗਣ ਨਹੀਂ ਗਿਆ। ਇਹ ਤੋਂ ਪੁੱਛ ਲਓ ਜੇ ਨਹੀਂ ਗਿਆ ਤਾਂ ਉਹ ਤਾਂ ਰਿਕਾਰਡ ਹੈ, ਔਨ ਦੀ ਰਿਕਾਰਡ ਹੈ ਸਭ ਕੁਝ, ਵੀਡੀਓ ਨੇ। ਐਵੇਂ ਨਹੀਂ ਮੈਂ ਕਹਿਤਾ, ਮੈਂ ਗੱਲ ਉਹ ਕਰਾਂ ਚੇਲੇ ਕਰਕੇ ਗਿਆ ਜਾਂ ਹੋ ਸਕਦਾ ਵੀ ਵੋਟਾਂ ਮੰਗਣ ਕਰਕੇ ਗਿਆ ਉਹ ਚੇਲਾ ਨਾ। ਵੋਟਾਂ ਕਿੱਥੋਂ ਮੰਗੇਗਾ? ਉਹਦੇ ਪੈਰਾਂ 'ਚ ਜਾ ਕੇ ਬੈਠਾ। ਵੋਟਾਂ ਕੌਣ ਦੇਊਗਾ? ਵੋਟਾਂ ਤੇ ਉਹੀ ਦੇਊਗਾ ਨਾ ਜੇ ਉਹਨੂੰ ਮੰਨੋਗੇ ਤਾਂ। ਐਵੇਂ ਕੌਣ ਵੋਟਾਂ ਦੇ ਦੇਊਗਾ ਇਹਨਾਂ ਨੂੰ? ਸੋ ਇਹ ਉਹਦਾ ਚੇਲਾ। ਜੇ ਫਿਰ ਇੱਕ ਗੱਲ ਹੋਰ, ਤੁਸੀਂ ਇਹ ਦੱਸੋ ਵੀ ਜਿਹੜਾ ਇਹਦਾ ਆਕਾ ਹੈ, ਜਿਹਦੀ ਜੇਬ 'ਚੋਂ ਨਿਕਲਿਆ, ਉਹਨੂੰ ਮਾਫੀ ਦਿਵਾਉਣ ਵਾਸਤੇ ਜਿਹੜਾ ਸੀ ਦਵਾਈ ਨਹੀਂ ਮਾਫੀ ਅਕਾਲ ਤਖਤ ਤੋਂ, ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਤੋਂ ਮਾਫੀ ਦਵਾਈ। ਇਸ ਕਰਕੇ ਇਹ ਜੇ ਚੇਲੇ ਨਹੀਂ ਤਾਂ ਹੋਰ ਕੀ ਨੇ? ਜੇ ਰਾਮ ਰਹੀਮ ਦੇ ਚੇਲੇ ਅੱਜ ਪ੍ਰਧਾਨ ਬਣੀ ਬੈਠੇ ਨੇ, ਫਿਰ ਸਾਡੇ ਵਰਗੇ ਫਿਰ ਸਿੱਖ ਕੀ ਕਰ ਰਹੇ ਨੇ? ਬਿਲਕੁਲ, ਤੁਸੀਂ ਆਹ ਸਵਾਲ ਜਿਹੜਾ ਕੀਤਾ ਬੜਾ ਵੱਡਾ ਕੀਤਾ। ਮੈਂ ਅੱਜ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਂ ਦੀ ਹਿੰਦੀ ਭਾਸ਼ਾ 'ਚ ਕਿਤਾਬ ਪਬਲਿਸ਼ ਕੀਤੀ ਸ਼੍ਰੋਮਣੀ ਕਮੇਟੀ ਨੇ, ਲੋਕਾਂ ਦੇ ਸਾਹਮਣੇ ਲਿਆਂਦੀ। ਮੈਂ ਕੋਰਟ ਕੇਸ ਵੀ ਕੀਤਾ, ਮੈਨੂੰ ਪਤਾ ਹੈ ਕੋਰਟ 'ਚ ਕੁਛ ਨਹੀਂ ਬਣਨਾ, ਪਰ ਜੇ ਇੱਕ ਅਸੀਂ ਸਾਡੇ ਕੋਲ ਕੋਈ ਮੁੱਦਾ ਆਇਆ, ਅਸੀਂ ਪ੍ਰੈਸ ਮੀਟਿੰਗ ਕਰਤੀ, ਉਹ ਇੱਕ ਵਾਰ ਕਰ ਦਿਓ, 2 ਵਾਰ, ਉਸ ਤੋਂ ਬਾਅਦ ਉਹ ਮੁੱਦਾ ਖਤਮ। ਕੋਰਟ ਕੇਸ ਮੈਂ ਇਸ ਕਰਕੇ ਕੀਤਾ ਸੀ ਵੀ ਸਮੁੱਚੀ ਸਿੱਖ ਕੌਮ ਨੂੰ ਇੱਕ ਪਤਾ ਲੱਗੇ, ਜਾਗਰਤਾ 'ਚ ਪੈਦਾ ਹੋਵੇ ਉਹਨਾਂ 'ਚ ਵੀ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਿਹਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਉਹ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਨੂੰ ਚੋਰ, ਡਾਕੂ, ਕਾਤਲ, ਨੌਕਰਾਨੀ ਦੇ ਪੇਟੋਂ ਬੱਚੇ ਜੰਮਣ ਨਾਲ ਦੱਸ ਕੇ ਕਿਤਾਬਾਂ ਪਬਲਿਸ਼ ਕਰਾ ਰਹੀ ਆ। ਇਹ ਮੈਂ ਇਸ ਕਰਕੇ ਕੋਰਟ ਕੀ ਸਾਹਿਬ ਸਾਨੂੰ ਹੈ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੰਮ ਕਰ ਰਹੇ ਨੇ, ਇਹਨਾਂ ਨੇ ਹੁਣ ਤੱਕ ਕੀਤਾ ਕੀ ਆ? ਅੱਜ ਇਹ ਜਿਹੜਾ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ ਸ਼ਤਾਬਦੀ ਵਰ੍ਹੇਗੰਢ ਮਨਾ ਰਹੇ ਆ। ਕੀ ਇਹਨਾਂ ਨੂੰ ਹੱਕ ਹੈ? ਮੇਰਾ ਚੈਲੰਜ ਹੈ ਇਹਨਾਂ ਨੂੰ ਵੀ ਜੇ ਤੁਹਾਨੂੰ ਇਹ ਹੱਕ ਹੈ ਤੇ ਤੁਸੀਂ ਇਹ ਦੱਸੋ ਵੀ ਇਹ ਕਿਤਾਬਾਂ ਪਬਲਿਸ਼ ਜਿਨ੍ਹਾਂ ਨੇ ਜਿਹੜੀਆਂ ਕਰਾਈਆਂ ਉਹ ਕਿਤੇ, ਜਿਹੜੇ 328 ਸਰੂਪਾਂ ਦੀ ਗੱਲ ਕਰਦਾ ਹੈ, ਤੁਸੀਂ ਕਮੇਟੀ ਬਣਾਈ ਤੇ ਤੁਸੀਂ ਉਹਨਾਂ ਲੋਕਾਂ ਨੂੰ ਸਜ਼ਾ ਕੀ ਦਿੱਤੀ? ਕਹਿੰਦੇ ਅਸੀਂ ਸਖਤ ਸਜ਼ਾ ਦੇਵਾਂਗੇ। ਕੀ ਉਹਨਾਂ ਨੂੰ ਸਸਪੈਂਡ ਕਰ ਦੇਣਾ ਸੀਗਾ? ਫਿਰ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਕੀਤੇ ਗਏ? ਜੇ ਉਹਨਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਪਰਚੇ ਨਹੀਂ, ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਗਲਤੀਆਂ ਕੀਤੀਆਂ ਨੇ, ਤੇ ਫਿਰ ਤੁਸੀਂ ਆਮ ਲੋਕਾਂ ਤੇ ਪਰਚੇ ਕਿਵੇਂ ਕਰਾਉਂਦੇ ਹੋ? ਸੋ ਇਹ ਲੋਕ, ਇਹਨਾਂ ਨੂੰ ਕੋਈ ਹੱਕ ਨਹੀਂ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ ਵਰ੍ਹੇਗੰਢ ਮਨਾਉਣ। ਮੈਂ ਅਸੀਂ ਧਾਰਮਿਕ ਸਜ਼ਾ ਲਾਤੀ ਜੀ ਉਹਨਾਂ ਨੂੰ। ਉਹ ਧਾਰਮਿਕ ਸਜ਼ਾ ਕੀ ਹੈ? ਧਾਰਮਿਕ ਸਜ਼ਾ 'ਚ ਵੇਖੋ ਕੀ ਹੈ, ਇਹ ਉਹਨੂੰ ਸਜ਼ਾ ਕਹਿੰਦੇ ਨੇ। ਪਰ ਇੱਕ ਜਰਾ ਵਿਚਾਰ ਕਰਿਓ, ਅਸੀਂ ਸੇਵਾ ਕਰਨ ਜਾਂਦੇ ਹਾਂ, ਅਸੀਂ ਝਾੜੂ ਦੀ ਸੇਵਾ ਕਰਦੇ ਹਾਂ, ਅਸੀਂ ਉੱਥੇ ਪ੍ਰਕਰਮਾਂ ਨੂੰ ਧੋਣ ਦੀ ਸੇਵਾ ਕਰਦੇ ਹਾਂ, ਅਸੀਂ ਕੱਪੜੇ ਧੋਣ ਦੀ ਉੱਥੇ ਸੇਵਾ ਕਰਦੇ ਹਾਂ, ਟਾਟ ਵਿਛਾਉਂਦੇ ਹਾਂ, ਸਭ ਲੰਗਰ ਪਾਉਣ ਦੀ, ਜੋੜੇ ਝਾੜਨ ਦੀ। ਤੁਸੀਂ ਵੇਖਿਆ ਨਾ, ਹਰ ਗੁਰਦੁਆਰੇ 'ਚ ਤੁਸੀਂ ਜਾਓ, ਵੱਡੇ ਗੁਰਦੁਆਰੇ ਨੇ, ਉੱਥੇ ਸੇਵਾਦਾਰ ਆਉਂਦੇ ਨੇ, ਉਹ ਜੋੜੇ ਪਾਲਿਸ਼ ਕਰਦੇ ਨੇ, ਜੋੜੇ ਝਾੜਦੇ ਆ, ਆਪਣੇ ਰੁਮਾਲ ਨਾਲ ਮੱਥੇ ਨੂੰ ਲਾਉਂਦੇ ਆ। ਉਹ ਸਜ਼ਾ ਨਹੀਂ, ਉਹ ਤਾਂ ਸੇਵਾ ਹੈ। ਲੋਕ ਤਾਂ ਸੇਵਾ ਮੰਗਦੇ ਨੇ ਤੇ ਇਹ ਉਹਨਾਂ ਤੋਂ ਜ਼ਬਰਦਸਤੀ ਕਰਾਉਂਦੇ ਆ। ਇਹਦਾ ਮਤਲਬ ਚਾਹੁੰਦੇ ਨਹੀਂ ਸੇਵਾ ਕਰਨੀ ਤੇ ਇਹ ਉਹਨਾਂ ਕੋਲ ਕਰਾਉਂਦੇ ਨੇ, ਤਾਂ ਉਹਨਾਂ ਵਾਸਤੇ ਇਹ ਸਜ਼ਾ ਹੈ। ਪਰ ਸਿੱਖ ਵਾਸਤੇ ਸੇਵਾ ਹੈ, ਇਹ ਵੀ ਇੱਕ ਭੁਲੇਖਾ ਹੈ। ਇਹ ਸਜ਼ਾ ਨਹੀਂ ਗੀ, ਇਹ ਸੇਵਾ ਹੈ। ਪਰ ਇਹ ਸੇਵਾ ਕਰਨ ਦੇ ਲਾਇਕ ਨਹੀਂ ਗੇ, ਇਹ ਕਰਦੇ ਨਹੀਂ, ਇਹਨਾਂ ਸੇਵਾ ਭਾਵਨਾ ਮਨ 'ਚ ਹੈ ਨਹੀਂ, ਤਾਂ ਇਹਨਾਂ ਤੋਂ ਜ਼ਬਰਦਸਤੀ ਇਹ ਸੇਵਾ ਕਰਾਈ ਜਾਂਦੀ ਆ, ਜਿਹਨੂੰ ਇਹ ਕਹਿੰਦੇ ਨੇ ਵੀ ਇਹ ਸਜ਼ਾ ਲਾਈ ਗਈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਜਿਹੜੇ ਲੋਕ ਨੇ, ਜਿਹੜੇ ਅੱਜ ਇਹ ਸ਼੍ਰੋਮਣੀ ਕਮੇਟੀ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਨੇ, ਜੇ ਅੱਜ ਉਹਦੇ ਮੈਂ ਇੱਕ ਚੀਜ਼ ਹੋਰ ਸੁਣੀ ਸੀ, ਉਹਦੀ ਵੀਡੀਓ, ਉਹਦੀ ਜਦੋਂ ਬੋਲ ਰਿਹਾ ਸੀ ਇਹ ਹਰਪ੍ਰੀਤ ਸਿੰਘ, ਉਸ ਟਾਈਮ 'ਤੇ ਇਹ ਗੱਲ ਕਹਿ ਰਿਹਾ ਸੀ ਕਿ ਪਿਛਲੀ ਇਤਿਹਾਸ ਸੁਣਾ ਰਿਹਾ ਸੀ ਸਰਦਾਰ ਕਰਤਾਰ ਸਿੰਘ ਝੱਬਰ, ਭੁੱਚਰ ਸਾਹਿਬ ਦਾ, ਲਛਮਣ ਸਿੰਘ ਧਾਰੋਵਾਲੀ ਦਾ, ਵੀ ਇਹ ਜਿਹੜਾ ਸੰਘਰਸ਼ ਸੀ ਕਿੱਥੋਂ ਸ਼ੁਰੂ ਹੋਇਆ। ਵੀ ਜਿਹੜੇ ਦਲਿਤ ਵੀਰ ਸਨ, ਉਹਨਾਂ ਨੇ ਸਕੂਲ ਜਿਹੜੇ ਹੈਗਾ ਖਾਲਸਾ ਕਾਲਜ ਜਿਹੜਾ ਹੈ, ਉਹਦੇ ਪ੍ਰਿੰਸੀਪਲ ਪ੍ਰੋਫੈਸਰਾਂ ਨੇ, ਵਿਦਿਆਰਥੀਆਂ ਨੇ ਇੱਕ ਅੰਮ੍ਰਿਤ ਸੰਚਾਰ ਕਰਾਇਆ ਤੇ ਉਹਦੇ ਵਿੱਚ ਦਲਿਤ ਭਾਈਚਾਰੇ ਨੇ ਬਹੁਤ ਵੱਡੀ ਪੱਧਰ 'ਤੇ ਅੰਮ੍ਰਿਤਪਾਨ ਕੀਤਾ ਤੇ ਉਹਨਾਂ ਨੇ ਫਿਰ ਜਿਹੜੀ ਸੀ ਦੇਗ ਲਿਆਂਦੀ। ਉਸ ਵਕਤ ਦੇ ਮਹੰਤਾਂ ਨੇ ਦੇਗ ਜਿਹੜੀ ਸੀ ਉਹ ਪ੍ਰਵਾਨ ਨਾ ਕੀਤੀ ਤੇ ਫਿਰ ਇਸ ਦੇ ਸੰਬੰਧ ਵਿੱਚ ਉਹ ਸੰਘਰਸ਼ ਸ਼ੁਰੂ ਹੋਇਆ ਤੇ ਉਹ ਮੋਰਚੇ ਲੱਗੇ ਤੇ ਉਹ ਜਿਹੜਾ ਸੀ ਗੁਰਦੁਆਰੇ ਇਹਨਾਂ ਤੋਂ ਆਜ਼ਾਦ ਕਰਾਏ ਗਏ। ਪਰ ਇੱਕ ਸਵਾਲ ਪੈਦਾ ਹੁੰਦਾ, ਇਹ ਕਹਿੰਦੇ ਆ ਕਿ ਸਾਨੂੰ ਮਹੰਤ ਕਹਿੰਦੇ ਵੀ ਸਾਨੂੰ ਮਹੰਤ ਨਰੈਣੂ ਨਾਲ ਸਾਡੀ ਤੁਲਨਾ ਕੀਤੀ ਜਾਂਦੀ ਆ। ਮੈਂ ਉਹਨਾਂ ਨੂੰ ਚੈਲੰਜ ਕਰਦਾ ਵੀ ਤੁਸੀਂ ਮਹੰਤ ਨਰੈਣੂ, ਮੱਸੇ ਰੰਗੜ ਤੇ ਮਸੰਦਾ, ਉਹਨਾਂ ਸਾਰਿਆਂ ਤੋਂ ਜਿਹੜਾ ਤੁਸੀਂ ਵੱਧ ਦੋਸ਼ੀ ਜੇ। ਕਿਸ ਤਰ੍ਹਾਂ ਵੱਧ ਦੋਸ਼ੀ ਨੇ? ਮੈਂ ਦਲੀਲ ਨਾਲ ਗੱਲ ਕਰਾਂਗਾ, ਜੇ ਉਹਨਾਂ 'ਚ ਹਿੰਮਤ ਹੈ ਤੇ ਆਉਣ ਮੇਰੇ ਨਾਲ ਕਿਸੇ ਵੀ ਚੈਨਲ 'ਤੇ, ਜਿਹੜਾ ਮਰਜ਼ੀ ਆ ਚੈਨਲ ਉੱਤੇ ਆ ਜਾਣ, ਮੇਰੇ ਨਾਲ ਕਰਨ ਡਿਬੇਟ, ਮੈਂ ਕਰਾਂਗਾ ਸਵਾਲ ਜਵਾਬ ਉਹ ਦੇਣ, ਉਹ ਸਵਾਲ ਕਰਨ ਤੇ ਜਵਾਬ ਮੈਂ ਦੇਵਾਂਗਾ, ਫੈਸਲਾ ਸੰਗਤ ਕਰੇ। ਮੈਂ ਇਹਨਾਂ ਨੂੰ ਕਹਿਣਾ ਹੈ ਕਿ ਇਹ ਮਸੰਦਾਂ ਤੋਂ, ਮੱਸੇ ਰੰਗੜਾਂ ਤੋਂ ਤੇ ਮਹੰਤ ਨਰੈਣੂਆਂ ਤੋਂ ਵੱਧ ਦੋਸ਼ੀ ਆ। ਹਾਂ, ਸਵਾਲ ਇਹੀ ਵੀ ਕਿਵੇਂ? ਮਸੰਦ ਉਹ ਲੋਕ ਸੀ ਜਿਨ੍ਹਾਂ ਨੂੰ ਗੁਰੂ ਕਾਲ ਸਮੇਂ ਦੇ ਵਿੱਚ ਬਤੌਰੇ ਪ੍ਰਚਾਰਕ ਥਾਪਿਆ ਗਿਆ, ਪਰ ਜਦੋਂ ਉਹਨਾਂ ਨੇ ਮਨਾਹੀਆਂ ਕੀਤੀਆਂ ਤੇ 10ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਸ ਤੋਂ ਬਾਅਦ ਆਇਆ ਮੱਸਾ ਰੰਗੜ, ਉਹਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ, ਉੱਥੇ ਹੁੱਕਾ ਪੀਤਾ, ਵੀਸਵਾ ਨਚਾਈ ਤੇ ਭਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਵੱਡਾ ਜੋੜ ਤੋਂ ਚੱਲੇ ਤੇ ਉਹਦਾ ਸਿਰ ਵੱਢ ਕੇ ਲੈ ਗਏ। ਉਸ ਤੋਂ ਬਾਅਦ ਆਏ ਮਹੰਤਾਂ ਨੂੰ ਵੀ ਗੁਰੂ ਉਸ ਟਾਈਮ 'ਤੇ ਸਿੱਖਾਂ ਨੇ ਆਪ ਗੁਰੂ ਘਰਾਂ ਦੀ ਸੇਵਾ ਦਿੱਤੀ ਸੀ
ਲੇਕਿਨ ਜਦੋਂ ਮਹੰਤਾਂ ਨੇ ਮਨਾਹੀਆਂ ਕੀਤੀਆਂ ਤੇ ਫਿਰ ਉਸ ਟਾਈਮ ਦੇ ਉੱਤੇ ਕਰਤਾਰ ਸਿੰਘ ਝੱਬਰ ਵਰਗਿਆਂ ਤੇ ਜੈ ਸਿੰਘ ਪੁੱਛਰ ਵਰਗਿਆਂ, ਸਰਦਾਰ ਲਛਮਣ ਸਿੰਘ ਧਾਰੋਵਾਲੀ ਵਰਗਿਆਂ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਤੇ ਉਹ ਸ਼ਹਾਦਤਾਂ ਦੇ ਕੇ ਉਹਨਾਂ ਤੋਂ ਗੁਰੂ ਘਰ ਆਜ਼ਾਦ ਕਰਾਏ। ਤੇ ਫਿਰ ਇਹ ਸ਼੍ਰੋਮਣੀ ਕਮੇਟੀ ਆਈ ਹੋਂਦ 'ਚ। ਪਰ ਮੈਂ ਇੱਕ ਸਵਾਲ ਜਿਹੜੀ ਗੱਲ ਕਹੀ ਆ ਵੀ ਉਹ ਤੋਂ ਵੱਧ ਸੀ। ਹੁਣ ਮੈਂ ਬੇਨਤੀ ਰੂਪ 'ਚ ਤੁਹਾਡੇ ਰਾਹੀਂ, ਤੁਸੀਂ ਵੀ ਇੱਕ ਗੁਰਸਿੱਖ ਜੇ, ਬੇਸ਼ੱਕ ਤੁਸੀਂ ਇੱਕ ਹੈਗੇ ਜੇ ਆਪਣਾ ਚਲਾ ਰਹੇ ਜੇ ਪੱਤਰਕਾਰ ਜੇ ਸਪੋਰਟਰ ਜੇ, ਪਰ ਮੈਂ ਹਰ ਇੱਕ ਤੇ ਇੱਕ ਸਵਾਲ ਕਰਦਾ ਬੇਨਤੀ ਰੂਪ 'ਚ ਸਮੁੱਚੇ ਸਿੱਖਾਂ ਤੇ ਵੀ ਕੀ ਅੱਜ ਤੱਕ ਮਸੰਦਾਂ ਵੱਲੋਂ, ਮੱਸੇ ਰੰਗੜ ਵੱਲੋਂ ਜਾਂ ਮਹੰਤ ਨਰਾਇਣੂਆਂ ਵੱਲੋਂ ਅੱਜ ਤੱਕ ਤੁਸੀਂ ਕਦੇ ਇਹ ਲਿਖਿਆ ਹੋਇਆ ਪੜ੍ਹਿਆ ਵੀ ਉਹਨਾਂ ਨੇ ਗੁਰੂ ਸਾਹਿਬਾਂ ਦੇ ਖਿਲਾਫ ਕੋਈ ਅਪਸ਼ਬਦ ਕੋਈ ਬੋਲਿਆ, ਕੋਈ ਲਿਖਿਆ, ਕੋਈ ਪੜ੍ਹਿਆ? ਤੇ ਜਵਾਬ ਕੀ ਮਿਲੇਗਾ? ਨਹੀਂ। ਤੇ ਫਿਰ ਜਿਸ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਨੌਕਰਾਂ ਦੇ ਪੇਟੋਂ ਬੱਚੇ ਜੰਮਣ ਵਾਲੇ ਦੱਸ ਕੇ ਕਿਤਾਬਾਂ ਪਬਲਿਸ਼ ਕਰਤੀਆਂ, ਤੇ ਇਹ ਵੱਧ ਦੋਸ਼ੀ ਉਹਨਾਂ ਨੂੰ ਹੈਗੇ ਆ ਕਿ ਜਾਂ ਨਹੀਂ? ਪਰ ਕੋਈ ਪ੍ਰਾਪਤੀਆਂ ਵੀ ਹੋਣਗੀਆਂ, ਕੋਈ ਪ੍ਰਾਪਤੀਆਂ ਤੁਸੀਂ ਇਹ ਤੇ ਨਹੀਂ ਆ ਵੀ ਇੱਕ ਟਾਰਗੇਟ ਲੈ ਕੇ ਚੱਲੇ ਹੋਏ ਵੀ ਸ਼੍ਰੋਮਣੀ ਕਮੇਟੀ ਦੇ ਸਿਰਫ ਨੈਗੇਟਿਵ ਪੁਆਇੰਟ, ਉਹ ਪ੍ਰਾਪਤੀਆਂ ਵੀ ਗਣਾਈ ਜਾ ਰਹੀਆਂ ਜੀ ਵਿੱਚ ਪ੍ਰਾਪਤੀਆਂ ਦੱਸ ਰਹੇ ਹੋ। ਬਿਲਕੁਲ, ਸ਼ਤਾਬਦੀਆਂ ਮਨਾਈਆਂ, ਬੜੀਆਂ ਵੱਡੀਆਂ ਸ਼ਤਾਬਦੀਆਂ ਮਨਾਈਆਂ। ਇਹਨਾਂ ਦੀਆਂ ਪ੍ਰਾਪਤੀਆਂ ਸੁਣ ਲਓ। ਹੁਣ ਤੁਹਾਨੂੰ ਪਤਾ ਕਿ ਮੈਂ ਇਹਨਾਂ ਤੇ ਪਹਿਲਾ ਕੇਸ ਜਿਹੜਾ ਸੀ ਉਹ 5,40,000 ਦਾ 2005 'ਚ ਕੀਤਾ ਸੀ। ਜਿਹੜੀ ਅਕਾਲੀ ਕਾਨਫਰੰਸ ਬਾਬਾ ਬਕਾਲਾ ਸਾਹਿਬ ਉਹ ਹੋਈ ਸੀ, ਅਕਾਲੀ ਕਾਨਫਰੰਸ ਰੱਖੜ ਪੁੰਨਿਆ ਮੇਲੇ ਤੇ, ਉਹ ਪਹਿਲਾ ਕੇਸ ਕੀਤਾ। ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਇਹਨਾਂ ਦੇ ਅੰਦਰ ਗਿਆ, ਪਤਾ ਲੱਗਾ ਵੀ ਇਹਨਾਂ ਲੋਕਾਂ ਨੇ ਹੁਣ ਤੱਕ ਕਿੰਨੇ ਸਕੈਂਡਲ, ਗੁਰੂ ਕੀ ਗੋਲਕ ਕਿਸ ਤਰ੍ਹਾਂ ਲੁੱਟੀ ਆ, ਇਹ ਸ਼ਤਾਬਦੀਆਂ ਦੇ ਵਿੱਚ ਕੀ ਕੁਛ ਇਹਨਾਂ ਲੋਕਾਂ ਨੇ ਕੀਤਾ, ਕਿਵੇਂ ਇਹ ਜਿਹੜੀਆਂ ਰੈਲੀਆਂ ਬਾਦਲ ਪਾਰਟੀ ਦੀਆਂ, ਲੰਗਰ ਗੁਰੂ ਘਰਾਂ 'ਚੋਂ, ਸਰੋਪੇ ਗੁਰੂ ਘਰਾਂ ਦੇ ਜਿਹੜੇ ਆਉਂਦੇ ਨੇ, ਤੇ ਝੰਡੀਆਂ ਇਹਨਾਂ ਦੀਆਂ, ਗੱਡੀਆਂ ਜਿਹੜੀਆਂ ਨੇ ਉਹ ਗੁਰੂ ਘਰਾਂ ਦੀਆਂ, ਸ਼੍ਰੋਮਣੀ ਕਮੇਟੀ ਦੀਆਂ, ਤੇ ਪ੍ਰਚਾਰ ਬਾਦਲ ਅਕਾਲੀ ਦਲ ਦਾ, ਲੰਗਰ ਵੀ ਇੱਥੋਂ ਜਾਵੇ, ਗੱਡੀਆਂ ਵੀ ਇੱਥੋਂ, ਤੇਲ ਵੀ ਇੱਥੋਂ, ਝੰਡੀਆਂ ਵੀ ਇੱਥੋਂ, ਸਭ ਕੁਝ ਇੱਥੋਂ। ਤੇ ਫਿਰ ਇਹ ਕਹਿੰਦੇ ਪ੍ਰਾਪਤੀਆਂ, ਇਹ ਪ੍ਰਾਪਤੀਆਂ ਨੇ। ਇਹਨਾਂ ਦੀ ਪ੍ਰਾਪਤੀ ਇੱਕ ਹੋਰ ਦੱਸਣੀ ਚਾਹੁੰਦਾ, ਜਿਹੜੀਆਂ ਇਹਨਾਂ ਦੀਆਂ ਪ੍ਰਾਪਤੀਆਂ ਨੇ ਨਾ, ਉਹ ਇਹ ਨੇ ਕਿ ਜਿਹੜੀ ਇਹਨਾਂ ਨੇ ਜਿਹੜੀਆਂ ਸ਼ਤਾਬਦੀਆਂ ਮਨਾ ਰਹੇ ਨੇ, 29/9/2016 ਨੂੰ ਸਭ ਤੋਂ ਲਾਸਟ ਐਗਜ਼ੈਕਟਿਵ ਦੀ ਮੀਟਿੰਗ ਕੀਤੀ ਆ। ਉਸ ਮੀਟਿੰਗ 'ਚ 300 ਕਰੋੜ ਦਾ ਸਕੈਂਡਲ ਹੈ ਇੱਕੇ ਮੀਟਿੰਗ 'ਚ। ਉਹ ਜਿਹੜੇ ਰੋਜ਼ੀਰ ਦੇ ਖਰਚੇ ਸੀ ਉਹ ਨਹੀਂ ਉਹਦੇ 'ਚ ਗਿਣੇ, ਜਾਂ ਕਿਸੇ ਨੂੰ ਕੈਂਸਰ ਵਾਸਤੇ 5,000 ਜਾਂ 10,000 ਦੀ ਮਦਦ ਕੀਤੀ, ਉਹ ਨਹੀਂ। ਕਿਸੇ ਸਕੂਲ ਪੜ੍ਹ ਰਹੇ ਬੱਚੇ ਨੂੰ ਕੋਈ ਸਹਾਇਤਾ ਦਿੱਤੀ ਆ ਜਾਂ ਕੋਈ ਸਹਾਇਤਾ ਦਿੱਤੀ ਆ, ਉਹ ਨਹੀਂ ਪਾਏ। ਕੇਵਲ ਜਿਹੜੀਆਂ ਇਹਨਾਂ ਨੇ ਜ਼ਮੀਨਾਂ ਖਰੀਦੀਆਂ, ਜਿਹੜੀਆਂ ਇਹਨਾਂ ਜ਼ਮੀਨਾਂ ਵੇਚੀਆਂ, ਜਿਵੇਂ ਕਿ ਸੁਜਾਨਪੁਰ ਸ਼ਹਿਰ ਪਠਾਨਕੋਟ ਦੇ ਲਾਗੇ, ਉਸ ਸ਼ਹਿਰ ਕਸਬੇ ਦੇ ਅੰਦਰ 5 ਏਕੜ ਜ਼ਮੀਨ ਹੈ, ਉਹ ਜਾ ਕੇ ਵੇਖੋ ਕਿੰਨੇ ਦੀ ਵੇਚੀ ਇਹਨਾਂ ਨੇ, ਉਹ ਕਿਉਂ ਵੇਚੀਆਂ ਨੇ, ਇਹ ਕਿਸ ਤਰ੍ਹਾਂ ਜ਼ਮੀਨਾਂ ਵੇਚ ਰਹੇ ਨੇ, ਕਿਵੇਂ ਖਰੀਦ ਨੇ। ਇੱਕ ਮਿਸਾਲ ਤੁਹਾਨੂੰ ਹੋਰ ਦੇਣਾ, ਜਿਸ ਤਰ੍ਹਾਂ ਕਿ ਅਨੰਦਪੁਰ ਸਾਹਿਬ ਤੁਸੀਂ ਮੱਥਾ ਟੇਕਣ ਜਾਓ, ਤੇ ਉੱਥੇ ਜਦੋਂ ਤੁਸੀਂ ਉੱਤੇ ਜਾਓਗੇ ਤਖਤ ਕੇਸਗੜ੍ਹ ਸਾਹਿਬ ਤੇ, ਜਿਹੜਾ ਪੁਰਾਣਾ ਜੋੜਾ ਘਰ ਹੈ, ਹੁਣ ਇੱਕ ਨਵਾਂ ਬਣ ਗਿਆ, ਜਿਹੜਾ ਪੁਰਾਣਾ ਜੋੜਾ ਘਰ ਤੇ ਗੱਠੜੀ ਘਰ ਹੈ, ਉਹਦੇ ਬਿਲਕੁਲ ਸਾਹਮਣੇ ਇੱਕ ਤਕੋਨੀ ਜਗ੍ਹਾ ਹੈ, ਉਹ 13 ਮਰਲੇ ਜਗ੍ਹਾ ਹੈ, ਉਹ ਇਹਨਾਂ ਨੇ ਖਰੀਦੀ ਪਹਿਲਾਂ 55 ਲੱਖ ਦੀ। ਇਹ ਕਹਿਣ ਲੱਗੇ ਜੀ ਅਸੀਂ ਤੁਹਾਨੂੰ ਜਿਹੜਾ ਗਰੇਵਾਲ ਵਗੈਰਾ ਜਿਹੜੇ ਨੇ ਮੈਨੇਜਰ ਸੀ ਉੱਥੋਂ ਦਾ ਸਿਕੰਦਰ, ਉਹਨਾਂ ਕਿਹਾ ਵੀ ਇਹ ਤੁਹਾਨੂੰ ਅਸੀਂ 2,55 ਲੱਖ ਦਾ ਚੈੱਕ ਦੇਵਾਂਗੇ, ਤੇ ਤੁਸੀਂ 55 ਲੱਖ ਰੱਖ ਕੇ 2 ਕਰੋੜ ਸਾਨੂੰ ਵਾਪਸ ਦੇਣਾ। ਉਹ ਕਹਿੰਦੇ ਅਸੀਂ ਤੇ ਇਹ ਕੰਮ ਨਹੀਂ ਕਰਾਂਗੇ। ਫਿਰ ਉਹ ਸੌਦਾ ਫਿਸਲ ਗਿਆ। ਫਿਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਰਿਸ਼ਤੇਦਾਰਾਂ ਨਾਲ ਉਹਦਾ ਸੌਦਾ ਕੀਤਾ, ਫਿਰ ਉਹ ਵੀ ਉੱਚੇ ਚਲੇ ਗਏ, ਉਹ ਹੋਇਆ 70 ਲੱਖ ਦਾ। ਫਿਰ ਇਹਨਾਂ ਨੇ ਉਹ 4 ਮਹੀਨਿਆਂ ਬਾਅਦ ਉਹ 70 ਲੱਖ ਦੀ ਰਜਿਸਟਰੀ ਜਿਹੜੇ ਉਹ ਮਾਲਕ ਸੀ ਉਹਨਾਂ ਤੋਂ ਕਰਾ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਰਿਸ਼ਤੇਦਾਰਾਂ ਨਾਲ 4 ਮਹੀਨਿਆਂ ਬਾਅਦ ਤਖਤ ਕੇਸਗੜ੍ਹ ਸਾਹਿਬ ਨਾਲ ਰਜਿਸਟਰੀ ਕਰਾ ਕੇ 2,70,00,000 ਦੀ ਰਜਿਸਟਰੀ ਕਰਾਈ। ਉਹ ਸਾਰੀਆਂ ਮੈਂ ਰਜਿਸਟਰੀਆਂ ਕਢਾ ਕੇ, ਸਾਰੇ ਡਾਕੂਮੈਂਟ ਕਢਾ ਕੇ, ਉਸ ਪੈਸੇ ਦੇ ਨਾਲ ਜਿਹੜੀ ਮੱਕੜ ਨੇ ਤੇ ਇਹਨਾਂ ਮੈਂਬਰਾਂ ਨੇ ਤੇ ਗਰੇਵਾਲ ਨੇ ਜਿਹੜੀ ਜ਼ਮੀਨ ਖਰੀਦੀ ਸੀ ਉਹਦੀਆਂ ਵੀ ਰਜਿਸਟਰੀਆਂ ਲਈਆਂ। ਉਹ ਸਾਰੀਆਂ ਰਜਿਸਟਰੀਆਂ ਲੈ ਕੇ ਤੇ ਮੈਂ ਗੁਰਦੁਆਰਾ ਜੁਡੀਸ਼ੀਅਲ ਕੋਰਟ 'ਚ ਕੇਸ ਕੀਤਾ। ਉਹ ਕੇਸ ਮੇਰਾ ਅੱਜ ਵੀ ਚੱਲ ਰਿਹਾ। ਸੋ ਇਸ ਤਰ੍ਹਾਂ ਇਹਨਾਂ ਲੋਕਾਂ ਨੇ, ਜਿਸ ਤਰ੍ਹਾਂ ਕਿ ਗੁਰਬਿਲਾਸ ਪਾਤਸ਼ਾਹੀ 6ਵੀਂ, ਪ੍ਰਾਪਤੀਆਂ ਸੁਣ ਲਓ ਇਹਨਾਂ ਦੀਆਂ। ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ, ਪਰ ਕੀਤਾ ਕੀ? ਜਿਹੜਾ ਕੰਮ ਅੱਜ ਤੱਕ ਸਿੱਖ ਵਿਰੋਧੀ ਲਾਭੇ ਵੱਡੇ ਤੋਂ ਵੱਡੇ, ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੱਸਾ ਰੰਗੜ, ਮਹੰਤ ਨੂੰ ਮਸੰਦ ਨਹੀਂ ਕਰ ਸਕੇ, ਉਹ ਕੰਮ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਕੀਤਾ।
मैं तां इन्हां नूं कहना कि ये लोग जिहड़े ने उन्हां मसंदां नालों मसे रंगणां नालों ते महंत नारायण नालों वध दोषी ने। गुरबिलास पातशाही 6ਵੀਂ किताब पब्लिश की श्रोमणी कमेटी ने, उहदा राइटर कोई नहीं, पब्लिश श्रोमणी कमेटी करदी आ। उस चों 2 पॉइंट तुहाडे नाल मैं साझे करांगा। एक उस वक्त की गल है जिस वक्त माता गंगा जी बाबा बुढ़ा साहब जी के कोल दूसरी बार पुत्र प्राप्ति के वर वास्ते जाते हैं, तो जदों बाबा बुढ़ा साहब माता गंगा जी नूं वर दिंदे ने तो वो लिखदा है, संदमती चों लिखी हुई है कि ये जिहड़ी हैगी आ बाबा बुढ़ा साहब ने जदों वर दिता तो माता गंगा जी का पेट उस टाइम ते गर्भवती औरत वर्गा हो गया। कि ये कानून दे जिहड़ा कुदरती नियम है उसकी उलंघना नहीं। तो ये किताब का राइटर कोई नहीं, पर यदी जिहड़ी संपादना वो किहने कीती आ, ज्ञानी जोगिंदर सिंह वधांती, एक प्रोफैसर है सिख यूनिवर्सिटी का, अमरजीत सिंह, इन्हां ने कीती आ। और उन्होंने जिहड़ी आ प्रकाशना कीती आ श्रोमणी कमेटी ने। ये 1998 च है, पहला उन्होंने पब्लिश कीतियां, उस तो बाद वो वापस लईआं। इन्हां नूं आ प्राप्तियां ने इन्हां दियां, ये मैं तुहानूं 22 सालों तो ही दस रहा, ये 20-22 सालों दियां प्राप्तियां जिहड़ियां दस रहा। फिर इन्हां ने एक गुरमत प्रकाश मैगजीन हर मंथ नहीं निकलदा आउंदा ना, उस ਦੀਆਂ ਟੋਪੀਆਂ ਵਰਗੀਆਂ ਫੋਟੋਆਂ ਵੀ ਆਈਆਂ जी चारों साहबजादियां दियां टाइटल पेज दे उत्ते दसंबर 2013 ते 13 वाला जिहड़ा मैगजीन है वो टाइटल पेज ते फोटोआं वेखो, चारों साहबजादियां दी केसां दी कटंग, सिरां ते टोपियां। ये है श्रोमणी कमेटी दियां प्राप्तियां। जदों मेरे को मैगजीन आ, मैनू किसी तुहाडे वर्गे सज्जन ने फोन करता, कहंदे सरसा जी आ कुछ होया। मैं वो मैगजीन लिया, मैगजीन लैके मैं उन्होंने फोन किया, मैं क्या भले हो तुसीं कहंदे ने सरसा जी साडे खिलाफ तू कोर्ट च चले जाना, अखबारां च बयान देना, साडे नाल पहलां गल करिया कर, ते आ की कीता जो? कहंदे जी सवेरे जवाब देवांगे। सवेरे जवाब आया, कहंदे जी असीं वो सिमरजीत नाम सी मुंडे दा, कहंदे जी असीं इहदे एडिटर नूं सस्पेंड करता। मैं कहा शाबाश है भी तुहाडे, सस्पेंड करता। एडी वड्डी जिन्हें एक मतलब गलती की होवे ते एडा वड्डा उन्हें सिख इतिहास ते जे अज असीं साडे बच्चों नूं कहने भी साडे जिहड़े बच्चे ने ये जी केस कटाउंदे ने, ते बच्चों नूं जदों कहांगे भी बच्चों केस ना कटाओ, वो सानूं मैं उत्थे गल कीती भी आ मैगजीन विखा के साडे मूँह ते मारनगे साडे बच्चे थप्पड़। वो कहणगे तुहाडी श्रोमणी कमेटी वो साहिबजादियां दीयां फोटोआं आ जिहड़ियां पब्लिश कर रही है, सिरां दे टोपियां ने, असीं टोपी पाउण तो इन्हां नूं रोक सकदे, असीं केस कट्टण तो रोकदे भी जे साहिबजादे केस कटा सकदे आ, जे साहिबजादे टोपियां पा सकदे आ ते सानूं किवें रोकदे हो? ये है श्रोमणी कमेटी दीयां प्राप्तियां। एक होर सुण लो, पता नहीं किन्ने क केस ने मेरे कोल, मैं दस नहीं सकदा, पर एक होर दसांगा। आ डॉक्टर रूप सिंह अपने आप नूं बड़ा विद्वान कहाउंदा, इन्हें एक किताब की संपादना की, उहदा नाम रखिया प्रमुख शख्सियतां। वो प्रमुख शख्सियतां दे विच एक लेख सी, वो लिखदा है कि जदों बाबा दीप सिंह जी जिहड़े ने वो जंग दे मैदान जदों आ रहे ने लड़ाई लड़दे ते उन्हां दी धौण दे उत्ते बहुत गहरा जख्म होया ते उन्हां ने हत्थ पाया, हत्थ ला फड़ के हत्थ ना ते वो एक हत्थ नाल खंडा वाहुंदे आए, सज्जे हत्थ नाल खंडा ते खब्बा हत्थ जिहड़ा उन्हां ने धौण दे जख्म ते लाया ते फिर उन्हां ने प्रकरमा च आके जिहड़ा सी दित्ता। मैं लीगल नोटिस दिता, मैं क्या गल सुनो भी आ तुसीं बाबा दीप सिंह जी की जिहड़ी दरबार साहब की जिहड़ी परिक्रमा है वो भी श्रोमणी कमेटी के प्रबंध अधीन है। रूप सिंह श्रोमणी कमेटी दे विच सकत्तर है, और श्रोमणी कमेटी जिहड़ी आ प्रमुख शख्सियतां जिहड़ी किताब की संपादना ने कीती आ ये पब्लिश कराउंदियां ने। जिहड़ी परिक्रमा उहदे च बाबे दीप सिंह की फोटो लगी आ, सिर जिहड़ा वो तली दे उत्ते रखिआ, खब्बे हत्थ दी तली ते सिर अते सज्जे हत्थ खंडा। दूसरे पासे तुसीं आ किताब पब्लिश करदे जे भी ये बाबे दीप सिंह ते डूंगा घाव लगा सी। तुसीं ये दसो कि जिहड़ी फोटो जिहड़ी आ वो सही है जां आ किताब ये सही है? अज तक मैनूं जवाब नहीं मिलिया। सो खालसा जी किन्नियां क प्राप्तियां ने मेरे दस्सण तो बाहरियां ने। जे किते तुसीं मेरे कोल उत्थे आओ तो मेरे को फाइलां ने, किताबां ने, वो तुसीं वेख लोगे जिन्नियां क फाइलां श्रोमणी कमेटी दियां जां राधा स्वामियां दे ने। वो मेरे कई बार मित्र बच्चे जिहड़े ने वो कहणगे अंकल जी तुहानूं ना लक्कड़ां दी लोड़ नहीं पैनी, क्यों भी आ जिहड़ियां फाइलां ने ना इहो ही वाधू ने। सो तुसीं आके फाइलां वेखो, किताबां इन्हां दे सबूत श्रोमणी कमेटी दियां किन्नियां प्राप्तियां ने वो मैं तुहानूं आ ना मात्र टूक मात्र दसियां ने। सो इस करके मैं अंत विच फिर ये गल कहना, ये जिहड़ा
ਅੱਜ ਉਹਨੇ ਹਰਪ੍ਰੀਤ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਆ ਨਾ, ਜਿਹੜੀ ਕੱਲ ਉਹਨੇ ਦਿੱਤੀ ਆ, ਉਹਨੇ ਸਿੱਖ ਕੌਮ ਦਾ ਆਪਸੀ ਘਾਣ ਕਰਾਉਣ ਵਾਸਤੇ ਦਿੱਤੀ ਆ। ਇਹਨੂੰ ਜਥੇਦਾਰ ਕਹੋਗੇ? ਇਹ ਅਕਾਲ ਤਖਤ ਦਾ ਜਥੇਦਾਰ ਹੈ? ਬਿਲਕੁਲ ਨਹੀਂ। ਇਹ ਸਿੱਖ ਕੌਮ ਦਾ ਬਹੁਤ ਵੱਡਾ ਦੁਸ਼ਮਣ। ਉਹਨੇ ਇੱਕ ਸਟੇਟਮੈਂਟ ਦਿੱਤੀ ਆ। ਗੁਰਬਚਨ ਸਿੰਘ ਜੀ ਨੂੰ ਸਵਾਲਾਂ ਦੇ ਘੇਰੇ 'ਚ ਰੱਖ ਕੇ ਹੀ ਵੇਖਿਆ ਜਾਂਦਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਨਾਲੋਂ ਵੀ ਥੱਲੇ ਦੀ ਨੀਚੇ ਮੰਨਦੇ ਹੋ ਜਾਂ ਉਹਨਾਂ ਤੋਂ ਕੁਝ? ਕਿਉਂਕਿ ਕਰਤਾਰਪੁਰ ਸਾਹਿਬ ਜਾ ਕੇ ਵਧੀਆ ਸਪੀਚ ਲੋਕਾਂ ਨੇ ਮਿਲ ਕੇ, ਸੰਗਤਾਂ ਨੇ ਬਹੁਤ ਵਧੀਆ ਕਿਹਾ ਸੀ ਵੀ ਯਾਰ ਬਹੁਤ ਵਧੀਆ ਸਪੀਚ ਦਿੱਤੀ ਆ ਸਾਡੇ ਜਥੇਦਾਰ ਸਾਹਿਬ ਨੇ, ਤੇ ਕੱਲ ਦੀ ਸਪੀਚ ਦੇ ਨਾਲ ਆਲੋਚਨਾ ਹੋ ਰਹੀਆਂ। ਪਰ ਕਿ ਉਹ ਗੁਰਬਚਨ ਸਿੰਘ ਦੇ ਨਾਲ ਜੇਕਰ ਤੁਸੀਂ ਕਰਦੇ? ਤੁਸੀਂ ਬੜਾ ਵਧੀਆ ਸਵਾਲ ਕੀਤਾ ਯਾਰ। ਮੇਰੇ ਤੇ ਨਾ ਪਹਿਲਾਂ ਇੱਕ ਵਾਰ ਬੜੇ ਸਵਾਲ ਹੋਣੇ ਵੀ ਇਹ ਗਿਆਨੀ ਗੁਰਬਚਨ ਸਿੰਘ ਜਿਹੜਾ ਵੀ ਇਹ ਬਦਲਿਆ ਜਾਏਗਾ ਕਿ ਇਹ ਜਿਸ ਤਰ੍ਹਾਂ ਤੁਸੀਂ ਇਹਨਾਂ ਦੇ ਉੱਤੇ ਟੈਮ ਕਰ ਰਹੇ ਜੇ, ਜੋ ਗੁਰਬਚਨ ਸਿੰਘ ਨੇ ਸਿੱਖੀ ਸਿਧਾਂਤਾਂ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਕਰੇ ਕੌਮ ਦੇ ਅਵਾਰਡ ਦੇਣੇ, ਸੌਦਾ ਸਾਧ ਨੂੰ ਮਾਫੀ ਦੇਣੀ, ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਆ ਇਹ 90 ਲੱਖ ਦੇ ਇਸ਼ਤਿਹਾਰ ਜਿਹੜੇ ਦੇਣੇ ਆ, ਤੇ ਕੀ ਤੁਸੀਂ ਸਮਝਦੇ ਹੋ ਵੀ ਇਹਨੂੰ ਲਾਇਆ ਜਾਊਗਾ? ਤੇ ਮੇਰਾ ਇੱਕੋ ਇੱਕ ਜਵਾਬ ਹੁੰਦਾ ਸੀ ਕਿ ਗੁਰਬਚਨ ਸਿੰਘ ਨੂੰ ਜਥੇਦਾਰੀ ਤੋਂ ਉਦੋਂ ਲਾਇਆ ਜਾਊਗਾ ਜਦੋਂ ਗੁਰਬਚਨ ਸਿੰਘ ਤੋਂ ਵੱਧ ਘਟੀਆ, ਨੀਚ ਤੇ ਗਿਰੀ ਹੋਈ ਜ਼ਮੀਰ ਦਾ ਬੰਦਾ ਜਦੋਂ ਬਾਦਲਾਂ ਨੂੰ ਮਿਲੂਗਾ, ਉਦੋਂ ਗੁਰਬਚਨ ਸਿੰਘ ਨੂੰ ਜਥੇਦਾਰੀ ਤੋਂ ਲਾਇਆ ਜਾਊਗਾ। ਤੇ ਉਹ ਗੱਲ ਅੱਜ ਤੁਹਾਡੇ ਸਾਹਮਣੇ ਆ ਗਈ। ਜਿਹਨੇ ਇਹ ਸਟੇਟਮੈਂਟ ਦਿੱਤੀ ਆ, ਇਹਦਾ ਫਰਜ਼ ਬਣਦਾ ਸੀ। ਮੈਂ ਇਹ ਤੋਂ ਪੁੱਛਦਾ ਹਰਮੀਤ ਸਿੰਘ ਤੋਂ ਵੀ ਹਰਪ੍ਰੀਤ, ਤੂੰ ਮੈਨੂੰ ਇਹ ਦੱਸ ਵੀ ਜਿਹੜਾ ਮੈਂ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ, ਉਹ 'ਤੇ ਤੂੰ ਰਿਪੋਰਟ ਕੀ ਆਪਣੀ ਜਿਹੜੀ ਹੈਗੀ ਆ ਸਿੱਖ ਇਤਿਹਾਸ ਆਪਣਾ ਜਿਹੜਾ ਬੋਰਡ ਹੈ, ਉਹਨਾਂ ਨੇ ਆਪਣੀ ਰਿਪੋਰਟ ਦਿੱਤੀ। ਉਸ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਨੇ ਮਤਾ ਪਾਇਆ, ਉਹ ਕੇਸ ਆ ਗਿਆ ਤੇਰੇ ਕੋਲੇ ਨਾਮਧਾਰੀਆਂ ਵਾਲਾ, ਜਿਹਦੇ 'ਚ ਉਹਨਾਂ ਨੇ ਗੁਰਬਾਣੀ ਦੇ ਗੁੜਕੇ ਪਬਲਿਸ਼ ਕੀਤੇ ਤੇ ਗੁਰਬਾਣੀ ਦੀ ਉਹਨਾਂ ਨੇ ਵਿਆਖਿਆ, ਜਿਹੜੀ ਗੁਰਬਾਣੀ ਦੀ ਤੁਕਾਂ ਲਿਖ ਕੇ ਵਿਆਖਿਆ ਆਪਣੇ ਹਿਸਾਬ ਨਾਲ ਕਰਕੇ ਗੁਰਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਾਈ ਨੂੰ ਰੱਦ ਕਰਕੇ ਦੇਹਧਾਰੀ ਨੂੰ ਗੁਰੂ ਪ੍ਰਮੋਟ ਕੀਤਾ ਸੀ। ਉਹਦੇ ਵਿੱਚ ਇਹਨੇ 23/12/2018 ਨੂੰ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਆਦੇਸ਼ ਕੀਤਾ ਹੈ ਕਿ ਇਹਨਾਂ ਕੂਕਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ। ਮੈਂ ਉਸ ਤੋਂ ਬਾਅਦ ਇਹਨੂੰ ਫਿਰ ਕਿੰਨੀ ਵਾਰ ਮਿਲ ਚੁੱਕਾ ਹੈ। ਉਹ ਭੜੂਆ, ਤੇਰੀ ਤਾਂ ਸ਼੍ਰੋਮਣੀ ਕਮੇਟੀ ਨੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਤੇ ਤੂੰ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਨੇ 328 ਸਰੂਪ ਨਹੀਂ, ਹਜ਼ਾਰਾਂ ਸਰੂਪ ਗਾਇਬ ਕਰ ਦਿੱਤੇ। ਜਿਸ ਬਾਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਦਾ ਪੱਤਰਾ ਕਰਕੇ ਗਲੀਆਂ 'ਚ ਖਿਲਾਰਿਆ ਜਾਂਦਾ, ਉਹਦੇ ਰਾਜ ਵਿੱਚ ਬਾਦਲ ਕਹਿੰਦਾ ਸੀ ਮੈਨੂੰ ਥੱਲੇ ਜ਼ਮੀਨ 'ਤੇ ਤੁਰੀ ਹੋਈ ਕੀੜੀ ਨਜ਼ਰ ਆਉਂਦੀ ਹੈ। ਉਹ ਜਿਹਨੂੰ ਕੀੜੀ ਤੁਰੀ ਜਾਂਦੀ ਦੀਦੀ ਸੀ, ਉਹਦੇ ਰਾਜ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਾ ਕਰਕੇ ਪਾੜੇ ਗਏ ਤੇ ਉਹ ਗਲੀਆਂ 'ਚ ਖਿਲਾਰੇ ਗਏ, ਉਹਨੂੰ ਉਹ ਬੰਦੇ ਤੇ ਨਾ ਦਿਸੇ। ਪਰ ਜਦੋਂ ਉਹ ਜਿਹੜੀ ਸੂਈ ਸੀ, ਉਹ ਤਾਰ ਜਿਹੜੀ ਸੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਤੇ ਉਹਨੂੰ ਮਾਫੀ ਦਵਾ ਦਿੱਤੀ। ਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਫਿਰ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ, ਲਾਠੀਆਂ ਚਲਾਈਆਂ, ਉਹਨਾਂ 'ਤੇ ਪਰਚੇ ਵੀ ਦਰਜ ਕੀਤੇ ਗਏ। ਤੇ ਫਿਰ ਜੇ ਅੱਜ ਕੀ ਕੁਛ ਹੋ ਰਿਹਾ, ਸੋ ਅੱਜ ਤੈਨੂੰ ਉਹ ਤਾਂ ਨਹੀਂ ਤੈਨੂੰ ਦਿਸਿਆ। ਤੇ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਤੂੰ ਆਦੇਸ਼ ਜਾਰੀ ਕੀਤਾ ਸੀ, ਉਹ ਭੜੂਆ ਉਸ ਸ਼੍ਰੋਮਣੀ ਕਮੇਟੀ ਨੇ ਤੇਰੇ ਆਦੇਸ਼ ਦੀ ਪਾਲਣਾ ਨਹੀਂ ਕੀਤੀ। ਤੇ ਜੇ ਕੁਝ ਸਿੱਖਾਂ ਨੇ ਆ ਕੇ ਤੁਹਾਡੇ ਤੋਂ ਇਹ ਪੁੱਛਿਆ ਵੀ ਦੱਸੋ 328 ਸਰੂਪ ਕਿੱਥੇ ਗਏ ਨੇ, ਤੇ ਤੁਸੀਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਲਾਠੀ ਚਾਰਜ ਕੀਤਾ, ਕੀ ਕੁਝ ਕੀਤਾ। ਤੇ ਗਿਆਨੀ ਹਰਪ੍ਰੀਤ ਆ ਕੱਲ ਸਟੇਜ ਤੋਂ ਇਹ ਗੱਲ ਕਹਿ ਰਿਹਾ ਵੀ ਜੇ ਹੁਣ ਕੋਈ ਸਿਰ ਫਿਰਿਆ ਸ਼੍ਰੋਮਣੀ ਕਮੇਟੀ ਦੇ ਦਰਵਾਜ਼ੇ ਵੱਲ ਆਉਂਦਾ ਹੈ ਤੇ ਸਿੱਖੋ ਚੁੱਪ ਕਰਕੇ ਨਾ ਬੈਠਿਓ, ਡਾਂਗਾ ਫੜ ਕੇ ਵਹੀਰਾਂ ਘੱਤ ਕੇ ਤੇ ਫਿਰ ਤੁਸੀਂ ਇੱਥੇ ਆਉਣਾ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਥੇਦਾਰ ਦੇ ਬਿਆਨ, ਇਹ ਜਥੇਦਾਰ ਕਹਾਉਣ ਦਾ ਹੱਕਦਾਰ ਹੈ? ਜਿਹੜਾ ਸਿੱਖ ਕੌਮ ਨੂੰ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਰੱਖਣ ਵਾਲੇ ਨੇ, ਉਹਨਾਂ ਨੂੰ ਸਮਝਾਓ ਵੀ ਆ ਕਿੱਥੇ ਗਏ, ਕਿਸ ਤਰ੍ਹਾਂ ਗਏ। ਵੀ ਮੇਰੇ ਸਵਾਲ ਦਾ ਜਵਾਬ ਦੇਵੇ, ਇੱਕ ਵੀ ਦੇਵੇ। ਸੋ ਮੈਂ ਤੁਹਾਨੂੰ ਫਿਰ ਤੁਹਾਡੇ ਰਾਹੀਂ ਮੈਂ ਚੈਲੰਜ ਕਰਦਾ ਲੌਂਗੋਵਾਲ ਨੂੰ, ਚੈਲੰਜ ਕਰਦਾ ਇਹਨੂੰ ਹਰਪ੍ਰੀਤ ਨੂੰ
ਜਿੰਨੇ ਵੀ ਇਹਨਾਂ ਦੇ ਵੱਡੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਚੈਲੰਜ ਕਰਦਾ, ਇਹਨਾਂ ਦੇ ਸਿਪਾਹ ਸਲਾਰਾਂ ਨੂੰ, ਜਿਹਦੀ ਮਰਜ਼ੀ ਹੈ ਉਹ ਮੇਰੇ ਨਾਲ ਸਟੇਜ ਤੇ ਆ ਜਾਣ, ਕਿਸੇ ਵੀ ਚੈਨਲ ਤੇ ਆ ਜਾਣ। ਸਵਾਲ ਮੈਂ ਕਰਾਂਗਾ। ਮੈਂ ਉਹਨਾਂ ਨੂੰ ਇਹ ਕਹਿੰਦੇ ਜੀ ਸਾਨੂੰ ਮਹੰਤ ਨਰੈਣੂ ਆਖਿਆ, ਇਹ ਕਹਿੰਦੇ ਜੀ ਸਾਨੂੰ ਫਲਾਣਾ ਆਖਿਆ, ਉਹ ਤੁਹਾਨੂੰ ਤੇ ਉਹਨਾਂ ਨੇ ਕਿਹਾ ਹੈ, ਮੈਂ ਸਿੱਧ ਕਰਦਾ, ਆ ਜਾਓ। ਜੇ ਮੈਂ ਤੁਹਾਨੂੰ ਮਸੰਦ, ਮੱਸੇ ਰੰਗੜ ਤੇ ਮਹੰਤ ਨਰੈਣੂਆਂ ਤੋਂ ਵੱਧ ਦੋਸ਼ੀ ਸਾਬਤ ਨਾ ਕਰ ਸਕਾਂ ਤੇ ਸਮੁੱਚੀ ਸਿੱਖ ਕੌਮ ਦੀ ਇੱਕ ਜ਼ਿੰਮੇਵਾਰੀ ਬਣਦੀ ਆ, ਇੱਕ ਫਰਜ਼ ਬਣਦਾ ਹੈ ਕਿ ਮੈਨੂੰ ਜੋ ਮਨ ਭਾਉਂਦੀ ਉਹ ਸਜ਼ਾ ਦੇਣ। ਤੇ ਜੇ ਇਹਨਾਂ ਨੂੰ ਮੈਂ ਸਾਬਤ ਕਰ ਦਿਆਂ, ਇਹ ਮੇਰੇ ਨਾਲ ਆ ਕੇ ਸਾਂਝੀ ਸਟੇਜ ਨਹੀਂ ਲਾਉਂਦੇ, ਇਹ ਕਿਸੇ ਚੈਨਲ ਤੇ ਨਹੀਂ ਆਉਂਦੇ, ਇਹ ਡਿਬੇਟ ਨਹੀਂ ਕਰਦੇ, ਜੇ ਹੋਰ ਨਹੀਂ ਮੈਨੂੰ ਲਿਖਤੀ ਪੱਤਰ ਰਾਹੀਂ ਭੇਜ ਦੇਣ, ਮੇਰੇ ਸਵਾਲਾਂ ਦਾ ਜਵਾਬ ਉਹ ਲਿਖਤੀ ਪੱਤਰ ਰਾਹੀਂ ਭੇਜ ਦੇਣ, ਕਿਸੇ ਬੰਦੇ ਨੂੰ ਭੇਜ ਦੇਣ। ਤੇ ਜੇ ਨਹੀਂ ਇਹ ਲਿਖਤੀ ਜਵਾਬ ਦਿੰਦੇ, ਨਹੀਂ ਇਹ ਕਿਸੇ ਟੀਵੀ ਚੈਨਲ ਤੇ ਆਉਂਦੇ, ਤੇ ਫਿਰ ਮੈਂ ਜੋ ਕਹਿ ਰਿਹਾ ਸੱਚ ਹੈ ਨਾ, ਤੇ ਫਿਰ ਸਿੱਖ ਕੌਮ ਦੇਖੇ। ਆਮ ਜਿਹੜੇ ਗੁਰੂ ਨਾਨਕ ਨਾਮ ਵਾਲੇ ਸਿੱਖ ਨੇ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਵੀ ਹੈ, ਉਹ ਸਾਰੇ ਆ ਕੇ ਵੇਖਣ। ਮੈਂ ਤਾਂ ਆ ਹੁਣ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਕਾਮਰੇਡ ਵੀਰ ਮੇਰੇ ਜਿਹੜੇ ਨੇ, ਮੈਂ ਉਹਨਾਂ ਦੇ ਨਾਲ ਆ ਕੇ ਬੈਠਿਆ ਤੇ ਸਾਡੇ ਇੱਕ ਦੂਸਰੇ ਨਾਲ ਜਦੋਂ ਵਿਚਾਰ ਸਾਂਝੇ ਹੁੰਦੇ ਨੇ, ਸਾਡੇ ਇੱਕ ਦੂਸਰੇ ਤੋਂ ਗਿਲੇ ਸ਼ਿਕਵੇ ਦੂਰ ਹੋ ਰਹੇ ਨੇ, ਸਾਡੀ ਨੇੜਤਾ ਵੱਧ ਰਹੀ ਆ। ਅਸੀਂ ਅੱਜ ਤੱਕ ਕਿਸੇ ਦੇ ਨਾਲ ਬੈਠ ਕੇ ਗੱਲ ਕਰਨੀ ਨਹੀਂ ਠੀਕ ਸਮਝੀ। ਸੋ ਅਸੀਂ ਆਉਣ ਵਾਲੇ ਸਮੇਂ 'ਚ ਵੇਖੋ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ। ਸੋ ਇਹ ਗਿਆਨੀ, ਇਹਨੂੰ ਹਰਪ੍ਰੀਤ ਨੂੰ ਜਥੇਦਾਰ ਕਹਿਣਾ ਬੜਾ ਵੱਡਾ ਗੁਨਾਹ ਜੇ, ਜਿਹਨੇ ਕੱਲ੍ਹ ਜਿਹੜੀ ਸਟੇਟਮੈਂਟ ਦਿੱਤੀ ਆ, ਇਹਦਾ ਜਵਾਬ ਦੇਵੇ ਕੌਮ ਨੂੰ ਵੀ ਕੀ ਇਹ ਤੂੰ ਸਟੇਟਮੈਂਟ ਠੀਕ ਦਿੱਤੀ ਆ। ਜਿੰਨਾ ਕੁਝ ਤੁਸੀਂ ਬੋਲ ਗਏ ਉਹਨਾਂ ਦੇ ਖਿਲਾਫ, ਮੈਨੂੰ ਲੱਗਦਾ ਫਿਰ ਹੁਣ ਤੁਹਾਨੂੰ ਪੰਥ ਚੋਂ ਤਾਂ ਛੇਕ ਦੇਣਗੇ। ਉਹ ਮੈਂ ਤਾਂ ਬੜੀ ਵਾਰ ਕਿਹਾ ਉਹਨਾਂ ਨੂੰ ਭਈ ਆ ਸੱਦੋ, ਮੈਨੂੰ ਸੱਦੋ ਅਕਾਲ ਤਖਤ ਤੇ ਮੈਂ ਆਊਂਗਾ। ਆ ਹਰਪ੍ਰੀਤ ਸੱਦ ਲੈ, ਮੇਰਾ ਚੈਲੰਜ ਹਰਪ੍ਰੀਤ ਨੂੰ, ਉਹ ਸੱਦੇ ਮੈਨੂੰ, ਉਹ ਮੈਨੂੰ ਸੱਦੇ ਵੀ ਤੂੰ ਮੇਰੇ ਖਿਲਾਫ ਬੋਲਿਆ, ਉਹ ਮੈਨੂੰ ਸੱਦੇ ਵੀ ਤੂੰ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲਿਆ, ਉਹ ਮੈਨੂੰ ਸੱਦੇ ਵੀ ਤੂੰ ਆਹ ਕੁਛ ਜਿਹੜਾ ਕੀਤਾ ਤੇ ਕਿਉਂ ਕੀਤਾ, ਤੇ ਮੈਂ ਜਾਊਂਗਾ। ਮੈਂ ਪ੍ਰੋਫੈਸਰ ਦਰਸ਼ਨ ਸਿੰਘ ਪੰਥ ਚੋਂ ਛੇਕਤਾ ਤੁਹਾਨੂੰ ਜੀ? ਹੈ ਜੇ ਪੰਥ ਚੋਂ ਛੇਕਤੇ ਕਿਹੜੇ ਪੰਥ ਦੀ ਗੱਲ ਕਰਦੇ ਤੂੰ? ਉਹ ਉਹਨਾਂ ਦੇ ਬਾਦਲਾਂ ਦੀ? ਉਹ ਭਾਈ ਜਿਹੜਾ ਪੰਥ ਹੈ ਨਾ, ਪੰਥ ਦੀ ਪਰਿਭਾਸ਼ਾ ਕੀ ਹੈ? ਪੰਥ ਦੇ ਉਹ ਠੇਕੇਦਾਰ ਨਹੀਂ ਗਏ। ਹਾਂ ਇਹ ਗੱਲ ਜ਼ਰੂਰ ਹੈ, ਪਰ ਉਹਨਾਂ ਨੇ ਕਿਹਾ ਕੱਲ੍ਹ, ਕਹਿੰਦੇ ਪੰਥ ਨੂੰ ਖਤਰਾ ਬਹੁਤ। ਉਹ ਪੰਥ ਬਾਦਲ ਹੈ, ਪੰਥ ਲੌਂਗੋਵਾਲ ਹੈ, ਪੰਥ ਰੂਪ ਸਿੰਘ ਸਕੱਤਰ ਵਰਗੇ ਜਿਹੜੇ ਰਹਿ ਗਏ ਉਹ, ਜਾਂ ਜਿਹੜੇ ਇੱਥੋਂ ਦੁਨੀਆ ਤੋਂ ਚਲੇ ਗਏ ਉਹ, ਜਿਹੜੇ ਗੁਰੂ ਦੀਆਂ ਗੋਲਕਾਂ ਲੁੱਟ ਕੇ ਖਾ ਗਏ, ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਹਿ ਕੇ ਕਿਤਾਬਾਂ ਲਿਖਤੀਆਂ, ਉਹ ਆਉਣ ਤਾਂ ਸਹੀ, ਮੈਨੂੰ ਸੱਦਣ ਤਾਂ ਸਹੀ, ਫਿਰ ਮੈਂ ਦੱਸੂ। ਚੈਲੰਜ ਹੈ ਮੇਰਾ, ਸੱਦਣ ਮੈਨੂੰ। ਵੇਖਿਓ ਫਿਰ ਮੈਂ ਇਹ ਨਹੀਂ ਕੋਈ ਸ਼ਰਤ ਨਹੀਂ ਲਾਵਾਂਗਾ ਕਿ ਉੱਥੇ ਫਲਾਣਾ ਆਵੇ। ਹਾਂ ਇੱਕ ਜ਼ਰੂਰ ਸ਼ਰਤ ਹੋਏਗੀ ਕਿ ਉਹ ਮੈਨੂੰ ਸੱਦਣ ਅਕਾਲ ਤਖਤ 'ਤੇ, ਬੰਦ ਕਮਰੇ 'ਚ ਨਹੀਂ, ਮੀਡੀਆ ਹੋਵੇ, ਮੀਡੀਆ ਦੇ ਸਾਹਮਣੇ ਮੇਰੇ 'ਤੇ ਕਰਨ ਸਵਾਲ, ਜਵਾਬ ਮੈਂ ਦੇਵਾਂਗਾ। ਸਵਾਲ ਮੈਂ ਕਰਾਂ ਤੇ ਜਵਾਬ ਉਹ ਦੇਣ ਤੇ ਫੈਸਲਾ ਲੋਕ ਕਰਨ, ਫਿਰ ਪਤਾ ਲੱਗੇਗਾ ਵੀ ਪੰਥ ਉਹ ਆ ਕਿ ਪੰਥ ਕੋਈ ਹੋਰ ਨਹੀਂ, ਫਿਰ ਪਤਾ। ਇੱਕ ਗੱਲ ਤੁਸੀਂ ਕਹੀ ਹੈ ਬਈ, ਜਿਹੜਾ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਬਈ ਜਦੋਂ ਗੁਰਬਚਨ ਸਿੰਘ ਤੋਂ ਨੀਚ ਬੰਦਾ ਮਿਲ ਜੂਗਾ ਫਿਰ ਉਹ ਜਥੇਦਾਰ ਲੱਗੂਗਾ, ਤੇ ਹੁਣ ਅਗਲਾ ਜਥੇਦਾਰ ਕਦੋਂ ਬਦਲਿਆ ਜਾਊਗਾ ਜੀ? ਮੈਂ ਵੀ ਸਵਾਲ ਕਰ ਲਾਂ। ਆ ਵੀ ਬੜਾ ਵਧੀਆ ਸਵਾਲ ਹੈ। ਇਹ ਹਰਪ੍ਰੀਤ ਨੂੰ ਉਦੋਂ ਬਦਲਿਆ ਜਾਊਗਾ ਜਿੰਨਾ ਚਿਰ ਬਾਦਲਾਂ ਦਾ ਪ੍ਰਬੰਧ ਇਹ ਸ਼੍ਰੋਮਣੀ ਕਮੇਟੀ ਤੇ ਆ। ਜਦੋਂ ਕੋਈ ਹੋਰ ਆ ਗਿਆ ਉਦੋਂ ਦੀ ਉਹਨਾਂ ਦੀ ਗੱਲ ਨਹੀਂ ਮੈਂ ਕਰਾਂਗਾ। ਮੈਂ ਤੇ ਅੱਜ ਸਮੁੱਚੀ ਸਿੱਖ ਕੌਮ ਨੂੰ, ਗੁਰੂ ਨਾਨਕ ਨਾਮ ਦੇ ਸਿੱਖਾਂ ਨੂੰ ਕਹਿਣਾ ਵੀ ਇਹ ਸ਼੍ਰੋਮਣੀ ਕਮੇਟੀ ਤੇ ਜਿਹੜੀ ਕਾਬਜ਼ ਤੇ ਰਿਹਾ, ਇਹਨਾਂ ਨੂੰ ਬਦਲੋ। ਜਿੰਨਾ ਚਿਰ ਬਾਦਲਾਂ ਦਾ ਕਬਜ਼ਾ ਹੈ, ਤੇ ਜੇ ਹਰਪ੍ਰੀਤ ਨੂੰ ਬਦਲਿਆ ਜਾਂਦਾ ਤੇ ਫਿਰ ਜਦੋਂ ਹਰਪ੍ਰੀਤ ਤੋਂ ਵੀ ਕੋਈ ਘਟੀਆ, ਕੋਈ ਨੀਚ ਬੰਦਾ ਹੋਏਗਾ ਮਰੀ ਹੋਈ ਜ਼ਮੀਰ ਦਾ, ਉਦੋਂ ਹਰਪ੍ਰੀਤ ਨੂੰ ਬਦਲ ਕੇ ਤੇ ਫਿਰ ਇਹਦੀ ਥਾਂ ਤੇ ਕੋਈ ਹੋਰ ਲਿਆਂਦਾ ਜਾਊਗਾ। ਉਸ ਤੋਂ ਬਾਅਦ ਵੀ ਕੋਈ ਆਊਗਾ, ਫਿਰ ਇਹ ਤੋਂ ਵੀ ਥੱਲੇ ਦਾ ਹੋਊਗਾ ਕੋਈ? ਉਹ ਵੇਖੋ ਫਿਰ ਤਾਂ ਸੁਖਵੀਰ ਹੀ ਹੈ। ਅੱਛਾ ਜੀ, ਹਾਂ ਫਿਰ ਤਾਂ ਉਹੀ ਹੈ। ਸੋ ਬਹੁਤ ਵੱਡੇ ਇਲਜ਼ਾਮ ਨੇ, ਸੰਗਤਾਂ ਵੀ, ਸਿੱਖ ਵੀ ਲਗਾਤਾਰ ਸਵਾਲ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਨੂੰ, ਤੇ ਇਹਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਜੋ ਕੱਲ੍ਹ ਭਾਸ਼ਣ ਦਿੱਤਾ ਹੈ, ਸਪੀਚ ਦਿੱਤੀ ਹੈ, ਉਹਨਾਂ ਨੂੰ ਇੱਕ ਧਿਰ ਵਜੋਂ ਵੇਖਿਆ ਜਾਣ ਲੱਗ ਗਿਆ ਵੀ ਇੱਕ ਧਿਰ ਦੇ ਵਜੋਂ ਉਹਨਾਂ ਨੇ ਇੱਕ ਪਾਰਟੀ ਨੂੰ ਜਿਹੜਾ ਹੈਗਾ ਹੈ ਉਹ
ਫਾਇਦਾ ਦੇਣ ਦੇ ਲਈ ਉਹ ਭਾਸ਼ਣ ਦਿੱਤਾ ਹੈ। ਬਹੁਤ ਸਾਰੀਆਂ ਆਲੋਚਨਾਵਾਂ ਹੋ ਰਹੀਆਂ ਨੇ, ਪਰ ਜਿਹੜੇ ਇਹਨਾਂ ਦੇ ਸਵਾਲ ਨੇ, ਜੋ ਇਹਨਾਂ ਨੇ ਇਲਜ਼ਾਮ ਲਗਾਏ ਨੇ, ਚਾਹੇ ਉਹ ਲੌਂਗੋਵਾਲ ਸਾਹਿਬ ਦੇ ਉੱਤੇ ਨੇ, ਚਾਹੇ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਨੇ, ਉਹ ਅਸੀਂ ਜ਼ਰੂਰ ਪੁੱਛਾਂਗੇ, ਕੋਸ਼ਿਸ਼ ਕਰਾਂਗੇ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਬਹੁਤ ਘੱਟ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ, ਪਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਹਾਂਜੀ, ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਇਲਜ਼ਾਮ ਨਹੀਂ ਲਾਏ, ਅੱਛਾ ਜੀ, ਬਿਲਕੁਲ ਨਹੀਂ। ਮੈਂ ਜੋ ਬੋਲਿਆ ਸੱਚ ਬੋਲਿਆ ਜੀ, ਜੇ ਉਹਨਾਂ 'ਚ ਹਿੰਮਤ ਆ ਤਾਂ ਆਉਣ। ਤੇ ਜਿਹੜੀ ਗੱਲ ਤੁਸੀਂ ਇੱਕ ਪਹਿਲਾਂ ਕਹੀ ਸੀ ਕਿ ਇਹ ਕਰਤਾਰਪੁਰ ਨਾਂਗੇ ਤੇ ਬੋਲਿਆ, ਹੋਰ ਵੀ ਬੜੇ ਥਾਵਾਂ ਤੇ ਬੋਲਿਆ, ਜਿਸ ਤਰ੍ਹਾਂ ਕਿ ਇਹ ਮੋਦੀ ਤੇ ਵੀ ਬੋਲਿਆ ਕਿ ਇਹ ਈਵੀ ਮਸ਼ੀਨਾਂ 'ਚੋਂ ਨਿਕਲਦੇ ਜਿੰਨਾ ਚਿਰ ਉਹਨਾਂ 'ਚ ਰਾਜ ਇਹਨਾਂ ਤੇ ਰਹੂ। ਇਹ ਜਿਹੜੀਆਂ ਗੱਲਾਂ ਕਰ ਰਿਹਾ ਨਾ, ਇਹ ਆਮ ਸਿੱਖਾਂ ਨੂੰ ਭੰਬਲ ਭੂਸੇ ਪਾਉਣ। ਜਿਹੜਾ ਕਰਤਾਰਪੁਰ ਬੋਲਿਆ, ਉਦੋਂ ਇਹਨੇ ਇੱਕ ਆਪਣਾ ਪੱਖ ਰੱਖਿਆ ਸੀ। ਅੱਜ ਵੀ ਇਹ ਗੱਲ ਏਕਤਾ ਦੀ ਕਰਦਾ ਕਿ ਸਿੱਖੋ ਸਾਰੇ ਇਕੱਠੇ ਹੋ ਜਾਓ। ਬਾਦਲ ਨੂੰ ਜਿਹੜਾ ਕਿ ਇਹ ਇਸ ਟਾਈਮ ਦੇ ਉੱਤੇ ਆਕਸੀਜਨ ਦੇ ਸਹਾਰੇ ਜੀ ਰਿਹਾ ਸੀ, ਕੌਮਾਂ 'ਚ ਗਿਆ ਹੋਇਆ, ਉਹਨੂੰ ਦੁਬਾਰਾ ਉਸ ਪਾਰਟੀ ਨੂੰ, ਸੁਖਬੀਰ ਬਾਦਲ ਨੂੰ, ਉਹਨਾਂ ਸਾਰਿਆਂ ਨੂੰ ਇਹ ਫਿਰ ਸਟੈਂਡ ਕਰਨ ਵਾਸਤੇ, ਉਹਨਾਂ 'ਚ ਸੁਰਤ ਲਿਆਉਣ ਵਾਸਤੇ, ਉਹਨਾਂ ਨੂੰ ਕਾਇਮ ਕਰਨ ਵਾਸਤੇ, ਕੌਮਾਂ 'ਚ ਦੇ ਵਿੱਚੋਂ ਵਾਪਸ ਲਿਆ ਕੇ ਉਹਨਾਂ ਨੂੰ ਤੁਰਨ ਫਿਰਨ ਦੇ ਕਾਬਿਲ ਬਣਾਉਣ ਵਾਸਤੇ ਇਹਨੇ ਪਹਿਲਾਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ, ਉਹਦੇ ਪਿੱਛੇ ਇੱਕ ਰਾਜ ਸੀ, ਤਾਂ ਉਹ ਸਟੇਟਮੈਂਟਾਂ ਦਿੱਤੀਆਂ ਸੀ। ਅੱਜ ਤੁਹਾਡੇ ਸਾਹਮਣੇ ਸੱਚਾਈ ਆ ਗਈ ਆ ਕਿ ਨਹੀਂ ਆ ਗਈ? ਸੋ ਬਿਲਕੁਲ ਸਵਾਲ ਬਹੁਤ ਲੋਕ ਜਿਹੜੇ ਹੈਗੇ, ਕੱਲ੍ਹ ਦੇ ਭਾਸ਼ਣ ਤੋਂ ਬਾਅਦ ਬਹੁਤ ਸਾਰੀਆਂ ਆਲੋਚਨਾਵਾਂ ਹੋ ਰਹੀਆਂ ਨੇ। ਹਾਲਾਂਕਿ ਜਿਹੜੇ ਆਗੂ ਹੈਗੇ ਨੇ, ਜਾਂ ਉਹ ਅਕਾਲੀ ਦਲ ਦੇ ਹੈਗੇ ਨੇ, ਜਾਂ ਫਿਰ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੇ ਹੋਏ, ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਬਹੁਤ ਵਧੀਆ ਜਿਹੜਾ ਭਾਸ਼ਣ ਹੈਗਾ ਏ ਉਹ ਦਿੱਤਾ ਗਿਆ ਏ। ਇਸ ਦੇ ਨਾਲ ਕੌਮ ਇੱਕ ਚੰਗੇ ਰਾਹ ਦੇ ਉੱਤੇ, ਵੱਖਰੇ ਰਾਹ ਦੇ ਉੱਤੇ ਵੀ ਜਾਊਗੀ। ਪਰ ਜੇਕਰ ਬਲਦੇਵ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਸਿੱਧੇ ਤੌਰ 'ਤੇ ਅਸੀਂ ਤਾਂ ਇਲਜ਼ਾਮ ਦੱਸ ਰਹੇ ਹਾਂ, ਪਰ ਇਹ ਕਹਿੰਦੇ ਵੀ ਮੈਂ ਤਾਂ ਸੱਚਾਈ ਦੱਸਦੀ ਹੈ। ਹੁਣ ਜੋ ਤੁਸੀਂ ਕਰਨਾ, ਮੈਨੂੰ ਅਕਾਲ ਤਖਤ ਸਾਹਿਬ ਸੱਦਣਾ, ਸੱਦੋ, ਮੈਂ ਆਵਾਂਗਾ। ਪਰ ਹੁਣ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਇੰਟਰਵਿਊ ਤੋਂ ਬਾਅਦ, ਬਲਦੇਵ ਸਿੰਘ ਜੀ ਦੇ ਇਹਨਾਂ ਬਿਆਨਾਂ ਤੋਂ ਬਾਅਦ ਕੀ ਬਿਆਨ ਸਾਹਮਣੇ ਲੈ ਕੇ ਆਉਂਦੇ ਨੇ। ਬਿਆਨ ਦਿੰਦੇ ਵੀ ਨੇ, ਇਹਨਾਂ ਦਾ ਜਵਾਬ ਦਿੰਦੇ ਵੀ ਨੇ, ਜਾਂ ਫਿਰ ਹਰ ਵਾਰ ਦੀ ਤਰ੍ਹਾਂ ਇਗਨੋਰ ਕੀਤਾ ਜਾਂਦਾ ਹੈ, ਪਾਸਾ ਵੱਟਿਆ ਜਾਂਦਾ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਚੰਡੀਗੜ੍ਹ।